ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ। ਮੇਰਾ ਦੁਖ ਸੁਖ ਤੁਧ ਹੀ ਪਾਸ, ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਬਖਸ਼ਿੰਦ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਮੁਬਾਰਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਵੱਡੇ ਭਾਗ ਹਨ ਸਤਿਗੁਰੂ ਜੀ ਨੇ ਤੁਰ ਉੱਠ ਕੇ ਆਪਣੀ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਸਜ ਬੈਠਣ ਦਾ ਇਹ ਸੁਭਾਗ ਵੇਲਾ ਬਖਸ਼ਿਸ਼ ਕੀਤਾ ਹੈ। ਪ੍ਰਾਪਤ ਹੋਏ ਸਮੇਂ ਨੂੰ ਸਕਾਰਥਾ ਸਫਲ ਬਣਾਉਣ ਵਾਸਤੇ ਬਹੁਤ ਪਿਆਰ ਇਕਾਗਰਤਾ ਸਹਿਤ ਆਪ ਜੀ ਸਤਿਗੁਰੂ ਦੇ ਹਜ਼ੂਰ ਸਜ ਕੇ ਗੁਰਦੇਵ ਜੀ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਆਸਾ ਕੀ ਵਾਰ ਬਾਣੀ ਦੇ ਕੀਰਤਨ ਗੁਰੂ ਪਿਆਰਿਆਂ ਪਾਸੋਂ ਇਕਾਗਰਤਾ ਸਹਿਤ ਸਰਵਣ ਕਰ ਰਹੇ ਸੋ। ਉਸ ਤੋਂ ਉਪਰੰਤ ਸਨਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਅੱਜ ਦੇ ਵਿਚਾਰ ਅਧੀਨ ਅੰਮ੍ਰਿਤ ਬੋਲ ਗੌੜੀ ਕੀ ਵਾਰ ਵਿੱਚੋਂ ਪੰਚਮ ਗੁਰਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਆਪ ਜੀ ਨੇ ਸਰਵਣ ਕੀਤੇ ਹਨ ਔਰ ਪ੍ਰਮੁੱਖ ਬੇਨਤੀਆਂ ਬਹੁਤ ਪਿਆਰ ਸਹਿਤ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਵਾਈਆਂ। ਆਓ ਸਮਾਂ ਹੈ ਗੁਰਮਤਿ ਵਿਚਾਰ ਸ਼ਬਦ ਵਿਚਾਰ ਦਾ, ਜੋ ਅੰਮ੍ਰਿਤ ਵਚਨ ਪੰਚਮ ਪਾਤਸ਼ਾਹ ਜੀ ਨੇ ਅੱਜ ਸਾਡੀ ਝੋਲੀ ਪਾਏ ਨੇ, ਇਹਨਾਂ ਨੂੰ ਸਮਝ ਸਕੀਏ, ਵਿਚਾਰ ਸਕੀਏ, ਅਰਦਾਸ ਕਰਕੇ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ। ਐਸੀ ਭਾਵਨਾ ਨਾਲ ਗੁਰਮਤਿ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਦਬ ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਸੱਚ ਦੇ ਮਾਰਗ ਉੱਤੇ ਤੁਰਨ ਵਾਲਿਆਂ ਨੂੰ ਸਭ ਦੇ ਘਰ ਵਿੱਚ ਬੇਅੰਤ ਮਾਣ ਅਤੇ ਸਤਿਕਾਰ ਬਖਸ਼ਿਸ਼ ਕੀਤਾ ਗਿਆ। ਧਰਮ ਦੀ ਦੁਨੀਆ ਵਿੱਚ
ਧਾਰਮਿਕ ਬੰਦੇ ਵਾਸਤੇ ਵਰਤੇ ਜਾਣ ਵਾਲੇ ਵੱਖ-ਵੱਖ ਸਭਿਅਤਾਵਾਂ ਵਿੱਚ ਵਰਤੇ ਜਾਣ ਵਾਲੇ ਨਾਮਾਂ ਨੂੰ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਦਰਜ ਕੀਤਾ ਹੈ। ਜਿੱਥੇ ਕਿਤੇ ਵੀ ਸਿਖਰ ਉੱਤੇ ਪਹੁੰਚੇ, ਰੱਬੀ ਯਾਦ ਵਿੱਚ ਜੁੜ ਕੇ, ਪ੍ਰਮਾਤਮਾ ਦੇ ਚਿੰਤਨ ਵਿੱਚ ਜੁੜ ਕੇ ਸੱਚ ਦੇ ਮਾਰਗ ਦਾ ਕੋਈ ਪਾਂਧੀ ਬਣਿਆ ਤੇ ਉਹਨੂੰ ਸਤਿਗੁਰੂ ਦੀ ਬਾਣੀ ਵਿੱਚ ਸਤਿਗੁਰੂ ਜੀ ਨੇ ਸਲਾਇਆ ਹੈ। ਇਸ ਭਾਵਨਾ ਵਿੱਚੋਂ ਨਿਕਲੇ ਬੇਅੰਤ ਸ਼ਬਦ ਸਾਹਿਬ ਦੀ ਬਾਣੀ ਵਿੱਚ ਰੱਬੀ ਰਾਹ ਉੱਤੇ ਤੁਰਨ ਵਾਲਿਆਂ ਲਈ ਗੁਰਦੇਵ ਨੇ ਵਰਤੇ ਹਨ। ਭਗਤ ਸ਼ਬਦ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਸਾਧ ਸ਼ਬਦ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਆਇਆ ਹੈ। ਜਨ ਸ਼ਬਦ ਸਾਹਿਬ ਜੀ ਦੀ ਬਾਣੀ ਵਿੱਚ ਬੇਅੰਤ ਥਾਵਾਂ ਤੇ ਸਤਿਗੁਰੂ ਜੀ ਨੇ ਦਰਜ ਕੀਤਾ ਹੈ। ਜਿਸ ਜਿਸ ਸਭਿਅਤਾ ਵਿੱਚ ਜਿਹੜੇ ਜਿਹੜੇ ਸ਼ਬਦ ਵਰਤੇ ਗਏ, ਦਰਵੇਸ਼ ਸ਼ਬਦ, ਸ਼ੇਖ ਸ਼ਬਦ, ਇਹ ਸਾਰੇ ਸ਼ਬਦ ਸਾਨੂੰ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਨੇ। ਕਮਾਲ ਕੀਤੀ ਪਾਤਸ਼ਾਹ ਨੇ ਜਿੱਥੇ ਸ਼ਬਦ ਵਰਤੇ ਗੁਰਬਾਣੀ ਵਿੱਚ, ਉੱਥੇ ਇਹਨਾਂ ਦੀ ਜੋ ਅਧਿਆਤਮਕ ਵਿਆਖਿਆ ਹੈ, ਜਿਸ ਅਵਸਥਾ ਵਿੱਚ ਗੁਰਮੁਖ ਜਨ ਰੱਬੀ ਪਿਆਰ ਵਿੱਚ ਜੁੜੀਆਂ ਹੋਈਆਂ ਰੂਹਾਂ ਵਿਚਰਦੀਆਂ ਨੇ, ਉਸ ਅਵਸਥਾ ਦਾ ਤੇ ਉਹਨਾਂ ਗੁਣਾਂ ਦਾ ਜ਼ਿਕਰ ਵੀ ਸਤਿਗੁਰੂ ਨੇ ਗੁਰਬਾਣੀ ਵਿੱਚ ਆਪ ਕੀਤਾ ਹੈ। ਹਾਲਾਂਕਿ ਕਈ ਥਾਵਾਂ ਤੇ ਮਹਾਰਾਜ ਜੀ ਨੇ ਜਦੋਂ ਅੰਦਰ ਦੀ ਕਮਾਈ ਦਾ ਜ਼ਿਕਰ ਕੀਤਾ ਨਾ, ਤਾਂ ਇਹ ਗੱਲ ਵੀ ਕਲੀਅਰ ਸਪਸ਼ਟ ਕਰ ਦਿੱਤੀ ਕਿ ਭਾਵੇਂ ਸਾਨੂੰ ਲੱਗਦਾ ਵੀ ਬਾਹਰ ਦੇ ਨਾਮ ਵੱਖਰੇ ਨੇ, ਪਰ ਅੰਦਰ ਦੀ ਕਮਾਈ ਸਾਰਿਆਂ ਦੀ ਇੱਕੋ ਹੀ ਹੈ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ। ਭਗਤ ਸਤਿਗੁਰੂ ਪੁਰਖ ਉਹੀ ਬਣ ਸਕਦਾ ਹੈ, ਸਾਧ ਸੰਤ ਉਹੀ ਬਣ ਸਕਦਾ ਹੈ, ਉਹੀ ਹੈ ਜਿਹਨੂੰ ਰੱਬ ਦੀ ਰਜ਼ਾ, ਵਾਹਿਗੁਰੂ ਦਾ ਹੁਕਮ, ਪਰਮੇਸ਼ਵਰ ਦਾ ਭਾਣਾ ਚੰਗਾ ਲੱਗਦਾ। ਫਿਰ ਵੀ ਜਿਨ੍ਹਾਂ ਨਾਵਾਂ ਨਾਲ ਆਮ ਸਭਿਅਤਾਵਾਂ ਵਿੱਚ ਇਹਨਾਂ ਲੋਕਾਂ ਨੂੰ ਸਤਿਕਾਰ ਦਿੱਤਾ ਜਾਂਦਾ ਸੀ, ਮਹਾਰਾਜ ਨੇ ਉਹ ਵਰਤਦਿਆਂ ਵੀ ਸੰਕੋਚ ਨਹੀਂ ਕੀਤਾ, ਲੇਕਿਨ ਨਾਲ ਇੱਕ ਵਿਆਖਿਆ ਦਿੱਤੀ। ਕੁਦਰਤੀ ਗੱਲ ਹੈ, ਜਦੋਂ ਕੀਮਤੀ ਚੀਜ਼ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ, ਅਸਲੀਅਤ ਦੇ ਬਾਜ਼ਾਰ ਵਿੱਚ ਆਉਣ ਤੋਂ ਪਹਿਲਾਂ ਉਹਦੀ ਡੁਪਲੀਕੇਟ ਕਾਪੀ, ਉਹਦੀ ਨਕਲ ਜਿਹੜੀ ਹੈ ਪਹਿਲਾਂ ਮਾਰਕੀਟ ਵਿੱਚ ਪ੍ਰਸਾਰੀ ਜਾਂਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਸੁਚੇਤ ਕਰਨ ਵਾਸਤੇ ਜਿਹੜੇ ਜਿਹੜੇ ਸ਼ਬਦ ਵੀ ਬਾਣੀ ਵਿੱਚ ਵਰਤੇ ਨੇ, ਬਾਕਾਇਦਾ ਉਹਨਾਂ ਦੀ ਵਿਆਖਿਆ ਆਪ ਹੀ ਸ਼ਬਦ ਵਿੱਚ ਲਿਖ ਦਿੱਤੀ ਹੈ। ਭਗਤ ਕੌਣ ਹੋ ਸਕਦਾ ਹੈ, ਸਤਿਗੁਰੂ ਕੌਣ ਹੋ ਸਕਦਾ ਹੈ, ਸਾਧ ਕੌਣ ਹੋ ਸਕਦਾ ਹੈ, ਔਰ ਬੜੇ ਖੁੱਲੇ ਸ਼ਬਦਾਂ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ। ਜਦੋਂ ਗੁਰੂ ਸ਼ਬਦ ਦੀ ਵਿਆਖਿਆ ਸਾਹਿਬ ਨੇ ਕੀਤੀ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਓ। ਕੱਲਾ ਇਹ ਨਹੀਂ ਕਿ ਆਪਣੇ ਨਾਮ ਨਾਲ ਇਹ ਸ਼ਬਦ ਲਾ ਕੇ ਕੋਈ ਗੁਰੂ ਬਣ ਕੇ ਬਹਿ ਜਾਏ। ਗੁਰੂ ਦੀ ਅਸਲ ਵਿਆਖਿਆ ਜਿਹਨੇ ਵਾਕਈ ਸੱਚੇ ਪ੍ਰਮਾਤਮਾ ਨੂੰ ਅੰਦਰੋਂ ਜਾਣਿਆ ਹੈ, ਉਹਦੇ ਨਾਲ ਅੰਦਰੋਂ ਜੁੜ ਕੇ ਸਾਂਝ ਬਣਾਈ ਹੈ, ਔਰ ਫਿਰ ਆਪ ਜਿਸ ਮਾਰਗ ਉੱਤੇ ਤੁਰ ਪਿਆ, ਸੰਸਾਰ ਨੂੰ ਹੌਕਾ ਦੇ ਕੇ ਉਸ ਮਾਰਗ ਦੇ ਪਾਂਧੀ ਬਣਾਉਣ ਵਾਸਤੇ ਯਤਨ ਅਤੇ ਉਪਰਾਲਾ ਕਰਦਾ ਹੈ। ਤਿਸ ਕਾ ਸੰਗ ਸਿਖ ਉਦਰੈ, ਉਹਦਾ ਸੰਗ ਮਾਣ ਕੇ ਬਾਕੀਆਂ ਨੂੰ ਵੀ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ, ਵਾਹਿਗੁਰੂ ਜੀ ਦੇ ਦਰ ਪਹੁੰਚਣ ਦਾ ਰਾਹ ਲੱਭਦਾ ਹੈ। ਇਹ ਗੁਰੂ ਦੀ ਪਦਵੀ ਹੈ। ਔਰ ਜਿਹਦੇ ਮੱਥੇ ਲੱਗ ਕੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਈਏ। ਉਸੇ ਪ੍ਰਣਾਲੀ ਵਿੱਚੋਂ, ਉਹਨਾਂ ਹੀ ਸ਼ਬਦਾਵਲੀ ਵਿੱਚੋਂ ਅੱਜ ਦਾ ਜਿਹੜਾ ਸ਼ਬਦ ਆਇਆ ਉਹ ਹੈ ਸੰਤ। ਇਹ ਸ਼ਬਦ ਵੀ ਬੜਾ ਪੂਜਨੀਕ ਹੈ, ਸਤਿਕਾਰਿਆ ਹੋਇਆ ਸ਼ਬਦ ਹੈ, ਔਰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਇਸ ਸ਼ਬਦ ਦੀ ਬਹੁਤ ਸਾਹਿਬ ਨੇ ਗੱਲ ਕੀਤੀ। ਆਪਾਂ ਜਦੋਂ ਗੁਰਬਾਣੀ ਦੇ ਚਾਨਣ ਵਿੱਚ ਸ਼ਬਦ ਦੀ ਵਿਆਖਿਆ ਲੱਭਾਂਗੇ ਤੇ ਤਕਰੀਬਨ 4 ਅਰਥਾਂ ਵਿੱਚ ਸਾਹਿਬ ਨੇ ਸ਼ਬਦ ਨੂੰ ਵਰਤਿਆ। ਇੱਕ ਸੰਤ ਸ਼ਬਦ ਗੁਰਦੇਵ ਨੇ ਪਾਵਨ ਬਾਣੀ ਵਿੱਚ ਗੁਰੂ ਸਾਹਿਬ ਵਾਸਤੇ ਵਰਤਿਆ। ਸੰਤਨ ਮੋਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ। ਗੁਰੂ ਨੇ ਮੈਨੂੰ ਗੁਣਾਂ ਦੀ ਦਾਤ ਦੇ ਕੇ ਨਿਵਾਜ ਦਿੱਤਾ, ਬਖਸ਼ਿਸ਼ ਕਰ ਦਿੱਤੀ, ਨਾਮ ਦੀ ਦਾਤ ਦੇ ਦਿੱਤੀ, ਜਿਸ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ ਮਨ ਵਿੱਚੋਂ ਸਾਰੇ ਧੋਖੇ ਭਰਮ ਭੁਲੇਖੇ ਲਹਿ ਗਏ। ਦੂਜੇ ਨੰਬਰ ਉੱਤੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਸੰਤ ਸ਼ਬਦ ਜਿਹੜਾ ਉਹ ਆਮ ਗੁਰੂ ਕੀ ਸੰਗਤ ਵਾਸਤੇ ਵੀ ਵਰਤਿਆ ਗਿਆ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ। ਜਿੰਨੇ ਵੀ ਸਤਸੰਗੀ ਸੰਗਤ ਵਿੱਚ ਆ ਕੇ ਸੱਜਦੇ ਨੇ, ਬੈਠਦੇ ਨੇ, ਸੱਚ ਦੇ ਮਾਰਗ ਦੇ ਪਾਂਧੀ ਬਣਦੇ ਹਨ, ਉਹਨਾਂ ਨੂੰ ਵੀ ਸਾਹਿਬ ਸੱਚੇ ਪਾਤਸ਼ਾਹ ਨੇ ਸੰਤ ਸ਼ਬਦ ਕਹਿ ਕੇ ਸਤਿਕਾਰਿਆ।
ਔਰ ਇਹੀ ਸੰਤ ਸ਼ਬਦ ਤੀਜੇ ਨੰਬਰ ਉੱਤੇ ਸੱਚ ਨੂੰ ਕਮਾਉਣ ਵਾਲੇ, ਸੱਚ ਦੇ ਮਾਰਗ ਉੱਤੇ ਤੁਰਨ ਵਾਲੇ ਜਗਿਆਸੂ ਵਾਸਤੇ ਵੀ, ਸਿੰਗਲ ਪਰਸਨ ਵਾਸਤੇ ਵੀ ਸਾਹਿਬ ਨੇ ਸ਼ਬਦ ਵਰਤੇ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਸਾਨੂੰ ਰੋਜ਼ ਆਵਾਜ਼ ਦੇ ਕੇ ਕਹਿੰਦੇ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਉਥੇ ਸੰਤ ਸ਼ਬਦ ਜਿਹੜਾ ਹੈ, ਜਿਵੇਂ ਅੱਜ ਗੁਰੂ ਅਰਜਨ ਪਿਤਾ ਮਹਾਰਾਜ ਨੇ ਵਰਤੇ, ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਚੌਥੇ ਨੰਬਰ ਉੱਤੇ ਇਸੇ ਸ਼ਬਦ ਦੀ ਵਰਤੋਂ ਸਤਿਗੁਰੂ ਜੀ ਨੇ ਪ੍ਰਮਾਤਮਾ ਅਕਾਲ ਪੁਰਖ ਲਈ ਵੀ ਕੀਤੀ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਭਾਗ ਹੋਆ ਗੁਰ ਸੰਤ ਮਿਲਾਇਆ, ਮੇਰਾ ਭਾਗ ਜਾਗ ਪਿਆ, ਗੁਰੂ ਨੇ ਕਿਰਪਾ ਕਰਕੇ ਮੈਨੂੰ ਸੰਤ ਮਿਲਾ ਦਿੱਤਾ। ਹੁਣ ਗੁਰੂ ਕਿਹੜੇ ਸੰਤ ਨੂੰ ਮਿਲਾਉਂਦਾ ਹੈ? ਗੁਰੂ ਮਿਲਾਉਂਦਾ ਹੈ ਪ੍ਰਮਾਤਮਾ ਨੂੰ, ਅਕਾਲ ਪੁਰਖ ਨੂੰ। ਉਥੇ ਜਿਹੜਾ ਸੰਤ ਸ਼ਬਦ ਰੱਬ ਵਾਸਤੇ ਅਕਾਲ ਪੁਰਖ ਲਈ ਵਰਤਿਆ ਗਿਆ। ਗੁਰੂ ਨੇ ਮਿਹਰ ਕੀਤੀ, ਆਪਣਾ ਤਰਸ ਕਰਕੇ, ਗਿਆਨ ਦੇ ਕੇ, ਸੋਝੀ ਦੇ ਕੇ ਮੈਨੂੰ ਰੱਬ ਰੂਪੀ ਸੰਤ ਨਾਲ ਮਿਲਾ ਦਿੱਤਾ ਹੈ। ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ। ਗੁਰੂ ਅਰਜਨ ਪਿਤਾ ਮਹਾਰਾਜ ਜੀ, ਉਹਨਾਂ ਦੇ ਪਾਵਨ ਬਚਨ ਹਨ ਕਿ ਸਤਿਗੁਰੂ ਜੀ ਨੇ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਮੈਨੂੰ ਰੱਬ ਰੂਪ ਸੰਤ ਮਿਲਾ ਦਿੱਤਾ। ਹੁਣ ਇੰਨੀ ਕੀਮਤੀ ਪੰਕਤੀਆਂ ਗੁਰਬਾਣੀ ਵਿੱਚੋਂ ਆਪਾਂ ਵਿਚਾਰੀਆਂ ਨੇ, ਪਰ ਐਡਾ ਵੱਡਾ ਸਤਿਕਾਰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਮਹਾਰਾਜ ਜੀ ਨੇ ਸੰਤ ਨੂੰ ਬਖਸ਼ਿਸ਼ ਕੀਤਾ ਹੈ। ਕਿੰਨੀਆਂ ਥਾਵਾਂ ਤੇ ਅਰਦਾਸ ਕੀਤੀ ਗਈ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਫਿਰ ਆਪਾਂ ਰੋਜ਼ ਗੁਰੂ ਚਰਨਾਂ ਵਿੱਚ ਜੋ ਨੇਮ ਸਤਿਗੁਰੂ ਜੀ ਨੇ ਸਾਨੂੰ ਬਣਾ ਕੇ ਦਿੱਤਾ ਹੈ, ਅਸੀਂ ਉਹ ਨੇਮ ਨਿਭਾਉਂਦੇ ਹਾਂ। ਰਾਤ ਨੂੰ ਸੌਣ ਵੇਲੇ ਜਦੋਂ ਗੁਰਸਿੱਖ ਸਾਹਿਬ ਜੀ ਦੀ ਬਖਸ਼ੇ ਮਰਿਆਦਾ ਅਨੁਸਾਰ ਸੋਹਿਲਾ ਸਾਹਿਬ ਦਾ ਪਾਠ ਕਰਦਾ ਹੈ, ਤੇ ਅਖੀਰ ਵਿੱਚ ਜਾ ਕੇ ਇੱਥੇ ਹੀ ਸਾਡੀ ਗੱਲ ਮੁੱਕਦੀ ਹੈ ਕਿ ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ। ਸਭ ਤੋਂ ਵੱਡਾ ਸੁਖ ਕੀ ਮੰਗਿਆ? ਮੋਕੋ ਕਰ ਸੰਤਨ ਕੀ ਤੂਰੇ। ਹੇ ਵਾਹਿਗੁਰੂ, ਮਿਹਰ ਕਰ ਮੈਨੂੰ ਗੁਰਮੁਖਾਂ ਦੀ, ਸੰਤਾਂ ਦੀ, ਰੱਬ ਦੇ ਰਾਹ ਤੇ ਤੁਰਨ ਵਾਲਿਆਂ ਦੇ ਚਰਨਾਂ ਦੀ ਖਾਕ ਧੂੜੀ ਬਣਾ ਦੇ, ਭਾਵ ਉਹਨਾਂ ਵਰਗਾ ਜੀਵਨ ਮੇਰਾ ਬਣ ਜਾਏ। ਏਡਾ ਵੱਡਾ ਮਾਣ ਹੈ, ਇੰਨਾ ਵੱਡਾ ਸਤਿਕਾਰ ਹੈ। ਉਥੇ ਮਹਾਰਾਜ ਨੇ ਕਿਰਪਾ ਕੀਤੀ ਬਾਣੀ ਵਿੱਚ, ਜਿੱਥੇ ਇਸ ਸ਼ਬਦ ਨੂੰ ਸਲਾਇਆ ਹੈ, ਉਥੇ ਸੰਸਾਰ ਨੂੰ ਸੁਚੇਤ ਹੋਣ ਦੀ ਵੀ ਪ੍ਰੇਰਣਾ ਕੀਤੀ। ਕਬੀਰ ਸਾਹਿਬ ਦੇ ਜਦੋਂ ਬਚਨ ਪੜ੍ਹਦੇ ਹਾਂ ਨਾ, ਉਹਨਾਂ ਫਿਰ ਦੋ ਤਰ੍ਹਾਂ ਦੇ ਬੋਲ ਗੁਰਬਾਣੀ ਵਿੱਚ ਬਖਸ਼ਿਸ਼ ਕੀਤੇ ਨੇ। ਇੱਕ ਪਾਸੇ ਤਾਂ ਸਾਨੂੰ ਇਹ ਸੇਧ ਦਿੱਤੀ ਕਿ ਮੈਨੂੰ ਕਬੀਰ ਨੂੰ ਵੀ ਨਾਮ ਦੀ ਰੰਗਤ ਜਿਹੜੀ ਲੱਗੀ ਹੈ, ਇਹ ਸੰਤਾਂ ਦੀ ਸੰਗਤ ਵਿੱਚੋਂ ਹੀ ਪ੍ਰਾਪਤੀ ਹੋਈ। ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਹੋਏ ਨਿਵਰੇ। ਸੰਤਾਂ ਦੀ ਸ਼ੋਭਤ ਵਿੱਚ ਬੈਠ ਕੇ ਕਬੀਰ ਨੂੰ ਸੱਚ ਦੀ ਸੋਝੀ ਆਈ। ਸੰਤਾਂ ਦੀ ਕਿਰਪਾ ਨਾਲ ਕਬੀਰ ਜਿਹੜਾ ਰੱਬ ਦਾ ਰੂਪ ਹੋ ਗਿਆ, ਪ੍ਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਲਈ। ਪਰ ਜਦੋਂ ਗੁਣਾਂ ਤੋਂ ਕੋਈ ਖਾਲੀ ਹੋ ਕੇ ਅਡੰਬਰ ਰਚਦਾ, ਦਿਖਾਵਾ ਕਰਦਾ ਔਰ ਮਹਿਜ ਕੱਲਾ ਪਹਿਰਾਵਾ ਪਾ ਕੇ ਸੰਸਾਰ ਨੂੰ ਠੱਗਣ ਦੀ ਬਿਰਤੀ ਲੈ ਕੇ ਬੈਠਾ ਹੋਇਆ, ਫਿਰ ਕਬੀਰ ਸਾਹਿਬ ਨੇ ਇਹ ਸ਼ਬਦ ਵਰਤ ਕੇ, ਦੇਖੋ ਕਮਾਲ ਦੀ ਗੱਲ ਹੈ, ਸਤਿਗੁਰੂ ਦੀ ਬਾਣੀ ਵਿੱਚ ਸੰਤ ਸ਼ਬਦ ਜਿਹੜਾ ਉਹ ਨੈਗੇਟਿਵ ਰੂਪ ਵਿੱਚ ਜਦੋਂ ਆਇਆ ਨਾ, ਤਾਂ ਉਹ ਸਿਰਫ ਪਖੰਡੀ ਮਨੁੱਖ ਵਾਸਤੇ ਆਇਆ, ਸੰਗਤ ਲਈ ਵੀ ਨਹੀਂ ਆਇਆ, ਕਿਉਂਕਿ ਸੰਗਤ ਪਖੰਡ ਨਹੀਂ ਕਰਦੀ। ਰੱਬ ਲਈ ਵੀ ਨਹੀਂ ਆਇਆ, ਰੱਬ ਪਖੰਡ ਨਹੀਂ ਕਰਦਾ। ਗੁਰੂ ਲਈ ਵੀ ਨਹੀਂ ਆਇਆ, ਗੁਰੂ ਪਖੰਡ ਨਹੀਂ ਕਰਦਾ। ਲੇਕਿਨ ਆਮ ਬੰਦੇ ਵਾਸਤੇ ਜਦੋਂ ਉਹ ਠੱਗਣ ਦੀ ਬਿਰਤੀ ਨਾਲ, ਲੋਕਾਂ ਨੂੰ ਲੁੱਟਣ ਦੀ ਬਿਰਤੀ ਨਾਲ ਕੱਲੀ ਪੋਸ਼ਾਕ ਪਾ ਕੇ, ਬਾਹਰ ਦਾ ਅਡੰਬਰ ਰਚ ਕੇ, ਦਿਖਾਵਾ ਕਰਕੇ ਇਸ ਪਦਵੀ ਨੂੰ ਮੱਲਣ ਦੀ ਕੋਸ਼ਿਸ਼ ਕਰਦਾ, ਫਿਰ ਉੱਥੇ ਕਬੀਰ ਸਾਹਿਬ ਨੇ ਕਿਹਾ, ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਵਗ, ਓਏ ਹਰ ਕੇ ਸੰਤ ਨਾ ਆਖੀਆਂ, ਬਨਾਰਸ ਕੇ ਠੱਗ। ਉਹਨਾਂ ਨੂੰ ਫਿਰ ਰੱਬ ਦੇ ਸੰਤ ਨਹੀਂ ਕਿਹਾ ਜਾ ਸਕਦਾ, ਪਰਮਾਤਮਾ ਦੇ ਸੰਤ ਨਹੀਂ ਕਿਹਾ ਜਾ ਸਕਦਾ, ਜਿਹੜੇ ਲੋਕਾਂ ਨੂੰ ਠੱਗਣ ਵਾਸਤੇ ਕੱਲਾ ਬਾਹਰ ਦਾ ਦਿਖਾਵਾ, ਅਡੰਬਰ ਰਚ ਕੇ ਸੰਸਾਰ ਨੂੰ ਲੁੱਟਣ ਲਈ ਯਤਨ ਕਰਦੇ ਨੇ। ਉੱਥੇ ਫਿਰ ਕਬੀਰ ਸਾਹਿਬ ਨੇ ਸੁਚੇਤ ਕੀਤਾ। ਆਪ ਨੇ ਕਿਹਾ ਕਿ ਮੈਂ ਸੰਤ ਤੋਂ ਕੁਰਬਾਨ ਜਾਂਦਾ, ਕਿਉਂਕਿ ਸੰਤਾਂ ਦੇ ਰਾਹੀਂ ਮੈਨੂੰ ਸੱਚ ਦੀ ਸੋਝੀ ਆਈ ਹੈ। ਲੇਕਿਨ ਸੰਸਾਰ ਨੂੰ ਦੱਸ ਦਿੱਤਾ, ਭਲਿਓ ਭੁਲੇਖੇ ਵਿੱਚ, ਭਰਮ ਵਿੱਚ ਨਾ ਰਹਿਣਾ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਚਿੱਟੇ ਦਿਸਣ ਛਾ ਦੁੱਧ, ਸਾਧੋ ਗੁਣ ਗਾਖੈ। ਲੱਸੀ ਅਤੇ ਦੁੱਧ ਦੋਵੇਂ ਬਾਹਰੋਂ ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਕਲਰ ਦੋਵਾਂ ਦਾ ਸੇਮ ਹੈ, ਲੇਕਿਨ ਪਰਖ ਤੋਂ ਬਿਨਾਂ ਮਨੁੱਖ ਨੂੰ ਸਮਝ ਨਹੀਂ ਆਏਗੀ, ਭੁਲੇਖੇ ਵਿੱਚ ਰਹੇਗਾ।
ਰੱਬੀ ਪਿਆਰ ਵਿੱਚ ਤੁਰਨ ਵਾਲਾ ਇਸ ਗੱਲ ਦੀ ਪਰਖ ਕਰ ਲੈਂਦਾ ਹੈ ਵੀ ਲੱਸੀ ਦੀ ਕੀਮਤ ਕੀ ਹੈ ਅਤੇ ਦੁੱਧ ਦੀ ਕੀਮਤ ਕੀ ਹੈ। ਬਾਹਰੋਂ ਦੋਵਾਂ ਦਾ ਇੱਕੋ ਜਿਹਾ ਰੂਪ ਹੈ, ਤੇ ਜੇ ਪਰਖ ਨਾ ਹੋਵੇ ਗੁਰਬਾਣੀ ਦੇ ਚਾਨਣ ਵਿੱਚ, ਫਿਰ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਬੜਾ ਕੀਮਤੀ ਜੀਵਨ ਮਿਲਿਆ। ਇਵੇਂ ਠੱਗਾਂ ਦੇ ਲੜ ਲੱਗ ਕੇ ਜ਼ਿੰਦਗੀ ਕੀਮਤੀ ਵੀ ਬੇਅਰਥ ਚਲੀ ਜਾਂਦੀ ਹੈ ਜਦੋਂ ਸਮਝ ਨਾ ਹੋਵੇ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਜੇ ਮੈਨੂੰ ਪਤਾ ਹੁੰਦਾ, ਸੱਚ ਦੀ ਸੋਝੀ ਹੁੰਦੀ, ਪਰਖ ਹੁੰਦੀ ਗੁਰਬਾਣੀ ਦੇ ਚਾਨਣ ਵਿੱਚ, ਫਿਰ ਜਨਮ ਨਾ ਦਿੰਦੀ ਅੰਗ। ਮੈਂ ਉਹਦੇ ਨੇੜੇ ਨਹੀਂ ਸੀ ਟੁਕਣਾ ਜਿਹੜਾ ਕਪਟ ਕਰਕੇ ਦਿਖਾਵਾ ਕਰਕੇ ਬੈਠਾ ਹੋਵੇ। ਹੁਣ ਇਹ ਪਰਖ ਕਿੱਥੋਂ ਲੱਭੀ ਜਾਣੀ ਹੈ? ਸਤਿਗੁਰੂ ਨੇ ਅੱਜ ਦੇ ਪਾਵਨ ਬਚਨਾਂ ਵਿੱਚ ਕਿਰਪਾ ਕੀਤੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ। ਸਵਾਸ ਲੈਂਦੇ ਹਾਂ ਆਪਾਂ, ਸਾਡੇ ਜੀਵਨ ਦੀ ਬਹੁਤ ਕੀਮਤੀ ਪ੍ਰਕਿਰਿਆ ਹੈ, ਕਿਉਂਕਿ ਇਹਦੇ ਆਧਾਰ ਉੱਤੇ ਜ਼ਿੰਦਗੀ ਚੱਲ ਰਹੀ ਹੈ। ਗਰਾਸ ਦਾ ਅਰਥ ਹੈ ਇਸ ਸਰੀਰ ਨੂੰ ਚਲਾਉਣ ਵਾਸਤੇ ਗਰਾਹੀ ਰੋਟੀ ਖਾਂਦੇ ਆ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਵਾਸ ਸਵਾਸ ਹਰ ਵੇਲੇ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਮੰਤਰ ਭੁੱਲਦਾ ਹੀ ਨਹੀਂ ਹੈ, ਹਰ ਵੇਲੇ ਚੇਤੇ ਹੈ, ਹਰ ਵੇਲੇ ਸੁਰਤ ਵਿੱਚ ਟਿਕਿਆ ਹੋਏ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਮਨ ਅੰਦਰ ਹਮੇਸ਼ਾ ਪਰਮੇਸ਼ਵਰ ਦਾ ਮੰਤਰ ਹੈ, ਅਕਾਲ ਪੁਰਖ ਦਾ ਨਾਮ ਟਿਕਿਆ। ਸਤਿਗੁਰੂ ਕਹਿੰਦੇ ਉਹਨਾਂ ਲਈ ਸਤਿਕਾਰ ਹੈ। ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਆ ਵਿਆਖਿਆ ਪੂਰਨ ਸੰਤ ਨੇ, ਰੱਬੀ ਪਿਆਰ ਵਿੱਚ ਜੁੜੇ ਹੋਏ ਨੇ। ਫਿਰ ਹੋਰ ਪੁੱਛੀਏ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ਼ਬਦ ਦੀ ਵਿਆਖਿਆ ਦਿੱਤੀ ਨਾ, ਫਿਰ ਸ਼ਲੋਕ ਸੈਸਕ੍ਰਿਤੀ ਵਿੱਚ 6 ਲੱਛਣ ਦੱਸ ਦਿੱਤੇ, ਖਟ ਲੱਛਣ। 6 ਗੁਣ ਨੇ ਪੂਰਨ ਸੰਤ ਦੇ, ਰੱਬੀ ਰਾਹ ਉੱਤੇ ਤੁਰਨ ਵਾਲੇ ਦੇ, ਸਾਧ ਦੇ, ਗੁਰਮੁਖ ਦੇ। ਉਹਨਾਂ ਵਿੱਚ ਸਭ ਤੋਂ ਪਹਿਲੀ ਗੱਲ ਕਰਦੇ ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਕਹਿੰਦੇ ਪਹਿਲਾ ਗੁਣ ਹੈ ਜਿਹੜਾ ਇੱਥੇ ਬਿਆਨ ਕੀਤਾ ਪੰਚਮ ਪਾਤਸ਼ਾਹ ਨੇ, ਉੱਥੇ ਵੀ ਉਹ ਗੱਲ ਕੀਤੀ ਕਿ ਉਹਦੇ ਮਨ ਵਿੱਚ ਹਮੇਸ਼ਾ ਪਰਮੇਸ਼ਵਰ ਦਾ ਨਾਮ ਮੰਤਰ ਹੈ। ਉਹਦਾ ਜਿਹੜਾ ਧਿਆਨ ਹੈ ਨਾ, ਸਰਬ ਵਿਆਪੀ ਪਰਮਾਤਮਾ ਵਿੱਚ ਟਿਕਿਆ ਹੋਇਆ, ਸਾਰਿਆਂ ਵਿੱਚੋਂ ਰੱਬ ਨੂੰ ਦੇਖ ਰਹੇ ਔਰ ਸੰਸਾਰ ਨੂੰ ਵੀ ਦਿਖਾ ਰਹੇ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਤੇ ਜੇ ਇਸ ਰਾਹ ਉੱਤੇ ਤੁਰਿਆ ਨਹੀਂ ਤੇ ਬੰਦਾ ਫਿਰ ਗੱਪਾਂ ਮਾਰਦਾ, ਕਪਟ ਕਰਦਾ, ਲੋਕਾਂ 'ਚ ਦਿਖਾਵਾ ਕਰਦਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਨਨਾਥਪੁਰੀ ਗਏ, ਸਤਿਗੁਰੂ ਨੇ ਸੱਚ ਦਾ ਹੋਕਾ ਦਿੱਤਾ, ਦੱਸਿਆ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਜਗਤ ਦਾ ਨਾਥ ਕੌਣ ਹੈ? ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਸਾਰੀ ਕੁਦਰਤ ਨੂੰ ਸੰਭਾਲ ਰਿਹਾ ਹੈ, ਜਿਹਦੇ ਬਾਰੇ ਆਪਾਂ ਰੋਜ਼ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਉਹਦੀ ਆਰਤੀ ਕਿਵੇਂ ਹੋਣੀ ਹੈ, ਕਿਸ ਰੂਪ ਵਿੱਚ ਹੋ ਰਹੀ ਹੈ ਕੁਦਰਤ ਅੰਦਰ, ਉਹ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਸਮਝਾਈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉੱਥੋਂ ਦੇ ਕੁਝ ਲੋਕ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ, ਮਹਾਰਾਜ ਇੱਥੇ ਇੱਕ ਹੋਰ ਸੰਤ ਬੜੇ ਪੁੱਗੇ ਹੋਏ, ਪਹੁੰਚੇ ਹੋਏ ਨੇ, ਜਿਹਦਾ ਨਾਮ ਇਤਿਹਾਸਕਾਰਾਂ ਨੇ ਕਲਯੁਗੀ ਪਾਂਡਾ ਲਿਖਿਆ। ਕਹਿੰਦੇ ਉਹਨਾਂ ਦੇ ਸਾਨੂੰ ਦਰਸ਼ਨ ਕਰਨੇ ਚਾਹੀਦੇ ਨੇ। ਸਾਹਿਬ ਜੀ ਚਲੇ ਗਏ ਭਾਈ ਮਰਦਾਨਾ ਜੀ ਸਮੇਤ। ਜਦੋਂ ਉੱਥੇ ਜਾ ਕੇ ਵੇਖਿਆ ਤੇ ਸੰਤ ਜੀ ਅੱਖਾਂ ਬੰਦ ਕਰਕੇ ਬੈਠੇ ਤੇ ਦਾਅਵਾ ਕਰ ਰਹੇ ਨੇ ਵੀ ਸਾਨੂੰ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਕਿੰਨੀਆਂ ਪੁਰੀਆਂ ਦੇ ਦਰਸ਼ਨ ਇੱਥੇ ਬੈਠ ਕੇ ਅੱਖਾਂ ਬੰਦ ਕਰਕੇ ਹੋ ਰਹੇ ਨੇ। ਜਿਹੜਾ ਵੀ ਸਾਡੇ ਕੋਲ ਆ ਕੇ ਬੈਠੇਗਾ, ਸਾਡੀ ਗੱਲ ਮੰਨੇਗਾ, ਸੁਣੇਗਾ, ਉਹਨੂੰ ਵੀ ਨਾ ਪੁਰੀਆਂ ਦੇ ਦਰਸ਼ਨ ਹੋ ਜਾਣਗੇ। ਹੁਣ ਕਈ ਪ੍ਰਕਾਰ ਦੀਆਂ ਗੱਲਾਂ ਪ੍ਰਚਾਰੀਆਂ ਨੇ, ਜਿਵੇਂ ਧਰਮ ਦੀ ਦੁਨੀਆ ਵਿੱਚ ਜਜ਼ਬਾਤੀ ਹੋ ਕੇ ਸਾਡੀ ਝੋਲੀ ਪਾਈਆਂ ਜਾਂਦੀਆਂ ਨੇ। ਸ਼ਰਧਾ ਬੜੀ ਜ਼ਰੂਰੀ ਹੈ। ਭਾਵਨਾ ਨਾਲ ਹੀ, ਅਕੀਦੇ ਨਾਲ ਹੀ ਧਰਮ ਨੂੰ ਕਮਾਇਆ ਜਾਂਦਾ ਹੈ, ਧਰਮ ਨੂੰ ਜ਼ਿੰਦਗੀ ਵਿੱਚ ਹੰਡਾਇਆ ਜਾਂਦਾ ਹੈ। ਪਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸ਼ਰਧਾ ਨੂੰ, ਗਿਆਨ ਦੇ ਨੇਤਰ ਖੋਲ ਕੇ ਫਿਰ ਸ਼ਰਧਾ ਦੀ ਗੱਲ ਸਾਹਿਬ ਨੇ ਬਾਣੀ ਵਿੱਚ ਕੀਤੀ ਹੈ। ਸੇਧ ਦਿੱਤੀ, ਸੱਚ ਦੀ ਸੋਝੀ ਦਿੱਤੀ ਪਹਿਲਾਂ, ਤੇ ਜਦੋਂ ਸੱਚ ਦੀ ਸੋਝੀ ਆ ਜਾਏ, ਪੂਰੇ ਦੀ ਸਮਝ ਆ ਜਾਏ, ਫਿਰ ਪੂਰੇ ਦੇ ਉੱਤੇ ਆਪਣਾ ਅਕੀਦਾ ਪੂਰਨ ਤੌਰ ਤੇ ਟਿਕਾਉਣਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਨੇ ਵੇਖਿਆ ਵੀ ਬੰਦਾ ਦਿਨ ਦਿਹਾੜੇ ਲੋਕਾਂ ਨੂੰ ਠੱਗ ਰਿਹਾ ਔਰ ਸ਼ਰਤਾਂ ਰੱਖ ਦਿੰਦਾ ਹੈ ਕਿ ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਦੇ ਦਰਸ਼ਨ ਉਹਨਾਂ ਨੂੰ ਹੋਣਗੇ ਜਿਨ੍ਹਾਂ ਦਾ ਮਨ ਸਾਫ਼ ਹੋਏਗਾ। ਅੱਜ ਵੀ ਤੁਸੀਂ ਵੇਖੋ, ਇਸ ਗੱਲ ਨੂੰ ਮੰਨਣ ਲਈ ਕੋਈ ਤਿਆਰ ਹੈ ਬੰਦਾ? ਸਾਰੀ ਜ਼ਿੰਦਗੀ ਹਰ ਬੰਦੇ ਦਾ ਜ਼ੋਰ ਇਹੀ ਲੱਗਾ ਹੋਇਆ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਬੰਦਾ ਧਰਮ ਕਮਾਏ ਜਾਂ ਨਾ ਕਮਾਏ, ਸੱਚ ਨੂੰ ਹਿਰਦੇ ਵਿੱਚ ਵਸਾਏ ਜਾਂ ਨਾ ਵਸਾਏ, ਲੇਕਿਨ ਦੁਨੀਆ ਵਿੱਚ ਧਾਰਮਿਕ ਬਣ ਕੇ ਵਿਚਰੇ, ਲੋਕ ਧਰਮ ਦੇ ਨਾਂ ਉੱਤੇ ਨੂੰ ਸਤਿਕਾਰ ਦੇਣ, ਇਹ ਅਵਸਥਾ ਹਰ ਇੱਕ ਬੰਦਾ ਚਾਹੁੰਦਾ ਜ਼ਿੰਦਗੀ ਵਿੱਚ। ਹੁਣ ਵਿੱਚੋਂ ਇੱਕ ਆਧੇ ਕਿਸੇ ਨੂੰ ਪੁੱਛਦਾ ਖੜਾ ਕਰਕੇ ਵੀ ਤੈਨੂੰ ਦਰਸ਼ਨ ਹੋ ਰਹੇ ਨੇ, ਉਹਦੀ ਮਜਬੂਰੀ ਬਣ ਜਾਂਦੀ ਹੈ, ਉਹਨੂੰ ਕਹਿਣਾ ਪੈਂਦਾ ਹਾਂਜੀ ਹੋ ਰਹੇ। ਨਹੀਂ ਹੋ ਰਹੇ ਤਾਂ ਫਿਰ ਸਿੱਧੀ ਜੀ ਗੱਲ ਹੈ ਵੀ ਤੇਰਾ ਮਨ ਸਾਫ਼ ਨਹੀਂ ਹੈ।
ਜਦੋਂ ਇੱਕ ਨੇ ਵੀ ਹਾਂ ਕਰ ਦਿੱਤੀ ਤੇ ਕਈਆਂ ਦਾ ਵਿਸ਼ਵਾਸ ਹੋਰ ਵੱਜਦਾ, ਜੇ ਇਹਨੂੰ ਹੋ ਰਹੇ ਆ ਸਾਨੂੰ ਵੀ ਹੋਣਗੇ, ਸਾਡੇ ਵੀ ਦੁੱਖ ਕੱਟੇ ਜਾਣਗੇ, ਸਾਡੀ ਵੀ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਏਗਾ। ਸਾਧੂ ਜੀ ਦੇ ਨੇੜੇ ਹੋ ਕੇ ਬਹਿ ਕੇ ਸਾਧੂ ਜੀ ਦੇ ਗੜਵੇ ਵਿੱਚ ਮਾਇਆ ਵੀ ਪਾਉਂਦੇ ਨੇ। ਚੰਗੀ ਦੁਕਾਨ ਚੱਲ ਰਹੀ ਹੈ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਨਾ, ਕਰਮ ਧਰਮ ਪਾਖੰਡ ਜੋ ਦੀਸੈ, ਤਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਰ, ਨਿਮਕ ਸਿਮਰਤ ਜਿਤ ਛੂਟੈ। ਜਿਨ੍ਹਾਂ ਦੇ ਹਿਰਦੇ ਵਿੱਚ ਕਪਟ ਹੈ ਤੇ ਬਾਹਰੋਂ ਸੰਤ ਕਹਾਏ ਵਾਲੀ ਅਵਸਥਾ ਕਮਾਉਣ ਵਾਲੇ ਨੇ, ਜਿਹੜੇ ਗੁਰੂ ਨਾਨਕ ਦੇ ਘਰ ਨੇ, ਉਹਨਾਂ ਦਾ ਪਾਜ ਉਗੇੜਨ ਲੱਗਿਆਂ ਵੀ ਸੰਕੋਚ ਨਹੀਂ ਕੀਤਾ। ਮਹਾਰਾਜ ਕਿਸੇ ਵਿਰੋਧ ਤੋਂ ਨਹੀਂ ਡਰੇ। ਸਤਿਗੁਰੂ ਨੇ ਜਦੋਂ ਵੇਖਿਆ ਨਾ, ਸਾਧੂ ਜੀ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਭਾਈ ਮਰਦਾਨਾ ਜੀ ਨੂੰ ਹੁਕਮ ਕਰਕੇ ਜਿਹੜਾ ਗੜਵਾ ਸਾਹਮਣੇ ਪਿਆ ਸੀ ਉਹ ਚੁਕਵਾ ਦਿੱਤਾ। ਕੋਈ ਬਹੁਤਾ ਦੂਰ ਨਹੀਂ ਰੱਖਿਆ, ਪਿੱਛੇ ਜਾ ਕੇ ਝਾੜੀ ਵਿੱਚ ਲੁਕੋ ਦਿੱਤਾ। ਸਾਧੂ ਜੀ ਦੀਆਂ ਅੱਖਾਂ ਖੁੱਲੀਆਂ, ਵੇਖਿਆ ਵੀ ਮਾਇਆ ਨਹੀਂ ਪੈ ਰਹੀ, ਕੋਈ ਖੜਾਕ ਨਹੀਂ ਹੋ ਰਿਹਾ, ਤੇ ਦੇਖਦੇ ਨੇ ਸਾਹਮਣੇ ਗੜਵਾ ਹੀ ਨਹੀਂ ਹੈ। ਇੱਕਦਮ ਹੈਰਾਨ ਹੋ ਗਏ। ਸਾਹਮਣੇ ਬੈਠੇ ਲੋਕਾਂ ਨੂੰ ਕਹਿੰਦੇ, ਸੰਤਾਂ ਨਾਲ ਮਸਕਰੀ ਚੰਗੀ ਨਹੀਂ ਹੁੰਦੀ। ਜੇ ਤੁਹਾਨੂੰ ਮੈਂ ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ ਤੱਕ ਲਿਜਾ ਸਕਦਾ ਹੈ ਤੇ ਮੇਰੇ ਕੋਲ ਤਾਕਤ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਪਲ ਵਿੱਚ ਭਸਮ ਵੀ ਕਰ ਸਕਦਾ। ਹੁਣ ਲੋਕ ਤਾਂ ਵਿਚਾਰੇ ਆਪਣੇ ਦੁੱਖਾਂ ਤੋਂ ਪੀੜਿਤ ਸਨ, ਦੁਖੀ ਸਨ, ਆਏ ਹੋਏ ਸਨ। ਸਾਧੂ ਜੀ ਨੇ ਹੋਰ ਚੱਕਰ ਪਾ ਦਿੱਤਾ ਕਿ ਜੇ ਕਿਤੇ ਸਾਧੂ ਜੀ ਦੀ, ਸੰਤ ਜੀ ਦੀ ਕਰੋਪੀ ਆ ਗਈ, ਅਸੀਂ ਸਰਾਪੇ ਗਏ ਤੇ ਸਾਡਾ ਕੀ ਬਣੇਗਾ। ਇੱਕ ਦੂਜੇ ਵਿੱਚ ਸਲਾਹ ਮਸ਼ਵਰਾ ਸ਼ੁਰੂ ਹੋ ਗਈ ਵੀ ਜੇ ਕਿਸੇ ਨੇ ਲਾਲਚ ਕਰਕੇ ਗੜਵਾ ਚੁੱਕਿਆ ਵੀ ਹੈ ਸਾਧੂ ਜੀ ਦਾ, ਉਹਨਾਂ ਨੂੰ ਵਾਪਸ ਮੋੜ ਦਿਓ। ਉਹਨਾਂ ਚਿਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਹੋਏ ਤੇ ਮਹਾਰਾਜ ਕਹਿੰਦੇ, ਸੰਤ ਜੀ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ? ਤੁਸੀਂ ਤਾਂ ਹੁਣ ਪਲ ਭਰ ਪਹਿਲਾਂ ਦਾਵਾ ਕੀਤਾ ਵੀ ਮੈਨੂੰ ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਕਈ ਪੁਰੀਆਂ ਦੇ ਦਰਸ਼ਨ ਪ੍ਰਤੱਖ ਰੂਪ ਵਿੱਚ ਹੋ ਰਹੇ ਨੇ, ਆਪਣੇ ਜਗਿਆਸੂਆਂ ਨੂੰ ਵੀ ਮੈਂ ਕਰਵਾ ਰਿਹਾ। ਤੇ ਜੇ ਇਹ ਲੋਕ ਨਹੀਂ ਦੱਸਦੇ ਤਾਂ ਗੜਵਾ ਤਾਂ ਕਿਤੇ ਜਗਨਨਾਥਪੁਰੀ ਵਿੱਚ ਹੀ ਹੋਏਗਾ। ਕਿਸੇ ਨੇ ਚੁੱਕਿਆ ਤੇ ਕਿੰਨੀ ਕੁ ਯਾਤਰਾ ਕਿਸੇ ਨੇ ਕਰ ਲਈ ਹੋਣੀ। ਲੋਕਾਂ ਨੂੰ ਕਿਉਂ ਤੰਗ ਕਰਦੇ ਹੋ? ਆਪ ਹੀ ਨਿਗਾਹ ਮਾਰ ਕੇ ਵੇਖ ਲਓ। ਸਾਧੂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਸੱਚ ਸਾਹਮਣੇ ਆ ਗਿਆ। ਪਾਤਸ਼ਾਹ ਕਹਿੰਦੇ, ਐਸੇ ਵੀ ਲੋਕ ਸੰਸਾਰ ਵਿੱਚ, ਕਾਲ ਨਹੀਂ, ਜੋਗ ਨਹੀਂ। ਮਹਾਰਾਜ ਕਹਿੰਦੇ, ਇਹ ਸਮਾਂ ਨਹੀਂ ਹੈ ਲੋਕਾਂ ਨੂੰ ਠੱਗਣ ਦਾ, ਕਰਮ ਕਾਂਡ ਕਰਨ ਦਾ, ਦਿਖਾਵਾ ਕਰਨ ਦਾ। ਕਿੰਨੀ ਆਸਥਾ ਭਾਵਨਾ ਲੈ ਕੇ ਧਰਮ ਦੀ ਦੁਨੀਆ ਵਿੱਚ ਲੋਕ ਇੱਥੇ ਆ ਕੇ ਬੈਠੇ ਨੇ, ਤੇ ਅੱਗੋਂ ਬੰਦਾ ਲੁੱਟਣ ਵਾਲਾ ਉਸ ਰੂਪ ਦਾ ਹੋਵੇ ਜਿਹਦੀ ਗੱਲ 10ਵੇਂ ਪਾਤਸ਼ਾਹ ਮਹਾਰਾਜ ਨੇ ਕੀਤੀ ਕਿ ਆਖਣ ਭੀਤਰ ਤੇਲ ਕੋ ਡਾਰ, ਸੋ ਲੋਗਨ ਨੀਰ ਵਹਾਏ ਦਿਖਾਵੇ। ਜਿਹੜੇ ਅਖੌਤੀ ਨੇ ਨਾ, ਦੋਵੇਂ ਗੱਲਾਂ ਗੁਰਬਾਣੀ ਵਿੱਚ ਆ ਗਈਆਂ। ਪਹਿਲਾਂ ਦਾਸ ਨੇ ਗੱਲ ਕੀਤੀ, ਕਬੀਰ ਸਾਹਿਬ ਨੇ ਸੱਚੇ ਦੀ ਵੀ ਗੱਲ ਕੀਤੀ ਕਿ ਉਹਨਾਂ ਨਾਲ ਮਿਲ ਕੇ ਮੈਨੂੰ ਸੱਚ ਦੀ ਸੋਝੀ ਹੋਈ ਹੈ। ਔਰ ਏਡੇ ਮੁਬਾਰਕ ਜੀਵਨ ਨੂੰ ਹਟਾਉਂਦੇ ਨੇ ਜਿਹੜੇ ਵਾਕਈ ਸੱਚ ਨਾਲ ਜੁੜੇ ਹੋਏ ਨੇ ਕਿ ਕਬੀਰ ਸੰਤ ਮੂਏ ਕਿਆ ਰੋਈਆ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ, ਜੋ ਹਟ ਹੈ ਹਟ ਵਿਕਾਏ। ਸੰਤ ਦੇ ਚਲਾਣੇ ਉੱਤੇ ਵੀ ਕਿਸੇ ਨੂੰ ਦੁੱਖ ਮਨਾਉਣ ਦੀ ਲੋੜ ਨਹੀਂ, ਕਿਉਂਕਿ ਸੰਤ ਇੱਥੇ ਵੀ ਨਿਜ ਘਰ ਵਿੱਚ ਟਿਕਿਆ ਤੇ ਸਰੀਰ ਦਾ ਚੋਲਾ ਸੰਕੋਚਣ ਵੇਲੇ ਵੀ ਸੰਤ ਜਿਹੜਾ ਰੱਬੀ ਯਾਦ ਵਿੱਚ ਜੁੜਿਆ ਹੋਇਆ। ਪਰ ਨਾਲ ਸੁਚੇਤ ਵੀ ਕੀਤਾ, ਕਹਿੰਦੇ ਪਖੰਡ ਤੋਂ ਬਚਣਾ ਹੈ। ਤੇ ਪਖੰਡੀ ਮਨੁੱਖ ਕਿਵੇਂ ਜਾਲ ਪਸਾਰ ਕੇ ਸ਼ਿਕਾਰੀ ਦੀ ਨਿਆਈ ਲੋਕਾਂ ਨੂੰ ਲੁੱਟਦਾ ਹੈ। 10ਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਆਖਣ ਭੀਤਰ ਤੇਲ ਕੋ ਡਾਰ, ਸਰੋਂ ਦਾ ਤੇਲ ਅੱਖਾਂ ਵਿੱਚ ਪਾਇਆ, ਜਦੋਂ ਸੂਰਜ ਵੱਲ ਕੀਤੀਆਂ ਤੇ ਵਿੱਚੋਂ ਅਥਰੂ ਨਿਕਲਣ ਲੱਗ ਪਏ। ਨਾਲ ਦੇ ਚੇਲਿਆਂ ਨੇ ਉਸੇ ਵੇਲੇ ਹੀ ਇਹ ਪ੍ਰਚਾਰ ਕਰ ਦਿੱਤਾ ਵੀ ਬਾਬਾ ਜੀ ਦੇ ਨੇਤਰਾਂ ਦਾ ਤੇ ਨੀਰ ਹੀ ਨਹੀਂ ਵਹਿੰਦਾ, ਰੁਕਦਾ, ਅਸਾਰ ਵਹਿੰਦਾ ਹੈ, ਰੱਬੀ ਯਾਦ ਵਿੱਚ ਜੁੜੇ ਹੋਏ ਨੇ। ਇਹ ਉਸ ਵੇਲੇ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ, ਆਖਣ ਭੀਤਰ ਤੇਲ ਕੋ ਡਾਰ, ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੇ। ਉਸੇ ਡੇਰੇ ਵਿੱਚ ਜੇ ਕੋਈ ਧਨਵਾਨ ਬੰਦਾ ਆ ਜਾਂਦਾ ਹੈ, ਸਾਧੂ ਜੀ, ਸੰਤ ਜੀ ਆਪਣੇ ਆਪ ਨੂੰ ਅਖਵਾਉਣ ਵਾਲੇ ਫਿਰ ਅੱਗੇ ਹੋ ਕੇ ਮਿਲਦੇ ਨੇ, ਹੱਥੀਂ ਉਹਦੀ ਸੇਵਾ ਕਰਦੇ ਹਨ, ਕਿਉਂਕਿ ਕੁਝ ਨਾ ਕੁਝ ਦੇ ਕੇ ਜਾਏਗਾ। ਪਰ ਨਾਲ ਕਿਹਾ, ਜੋ ਧਨਹੀਨ ਲਖੈ ਤੇ ਦੇਤ ਨਾ। ਜੇ ਕੋਈ ਗਰੀਬ ਆ ਜਾਏ, ਲੋੜਵੰਦ ਆ ਜਾਏ, ਆਪਣੀਆਂ ਜ਼ਰੂਰਤਾਂ ਦੱਸੇ, ਆਪਣੀ ਧੀ ਬੱਚੇ ਦੇ ਵਿਆਹ ਲਈ ਕੋਈ ਮਦਦ ਲਈ ਮੰਗ ਕਰੇ, ਤਾਂ ਜਿਹੜੇ ਚੇਲੇ ਨੇ ਬਾਹਰੋਂ ਹੀ ਵਾਪਸ ਭੇਜ ਦਿੰਦੇ ਵੀ ਸਾਧੂ ਜੀ, ਸੰਤ ਜੀ ਸਮਾਧੀ ਲੀਨ ਹਨ, ਤੁਹਾਨੂੰ ਦਰਸ਼ਨ ਦੇਣ ਦਾ ਉਹਨਾਂ ਕੋਲ ਸਮਾਂ ਨਹੀਂ ਹੈ, ਫੇਰ ਆਇਓ ਕਿਸੇ ਵੇਲੇ। ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ, ਪਰ ਸਾਧੂ ਜੀ ਨਹੀਂ ਮਿਲਦੇ, ਸੰਤ ਜੀ ਨਹੀਂ ਮਿਲਦੇ। ਮਹਾਰਾਜ ਨੇ ਕਿਹਾ ਕਿ ਜੇ ਧਨਹੀਨ ਲਖੈ ਤੇ ਦੇਤ ਨਾ, ਮੰਗਨ ਜਾਤ ਮੁਖੋਂ ਨਾ ਦਿਖਾਵੇ। ਸੰਸਾਰ ਦੇ ਲੋਕੋ ਸੁਚੇਤ ਰਹਿਣਾ, ਲੂਟਤ ਹੈ ਪਸ ਲੋਗਨ ਕੋ, ਕਬਹੂ ਨਾ ਪਰਮੇਸ਼ਵਰ ਕੇ ਗੁਣ ਗਾਵੇ। ਇਹ ਪਸ਼ੂਆਂ ਦੀ ਨਿਆਈ ਲੋਕਾਂ ਨੂੰ ਲੁੱਟਦੇ ਨੇ, ਸਿਰਫ ਰੱਬ ਦੇ ਗੁਣ ਨਹੀਂ ਗਾਉਂਦੇ। ਹੁਣ ਦੋਵੇਂ ਪੱਖ ਨੇ ਗੁਰਬਾਣੀ ਵਿੱਚ। ਜਿਨ੍ਹਾਂ ਨੇ ਵਾਕਈ ਸੱਚ ਨੂੰ ਹੰਡਾਇਆ, ਸਤਿਗੁਰੂ ਦੇ ਘਰ ਨੇ ਉਹਨਾਂ ਨੂੰ ਰੱਜ ਕੇ ਮਾਣ ਦਿੱਤਾ, ਸਤਿਕਾਰ ਦਿੱਤਾ। ਔਰ ਗੁਰਦੇਵ ਪਿਤਾ ਪੰਚਮ ਪਾਤਸ਼ਾਹ ਨੇ ਆਪ ਕਿਹਾ, ਸੰਤ ਸ਼ਰਨ
जो जन परै सो जन उदरनहार, संत की निंदा नानका बहुर बहुर अवतार। संत दी शरण विच आ तां जो तेरा उधार हो सके। और जिहड़ा सच्चा मिलिया फिर उहदी निंदा नहीं करनी। जिना गुर गोपिया अपना ते नर बुरियारी, हर जियो तिनका दर्शन ना करो पापिष्ट हत्यारी। जिन्हां ने गुरु नूं गोपिया, संत दी की निंदा नानका बहुर बहुर अवतार। पंचम पिता महाराज सच्चे पातशाह कहंदे सब तो पहला गुण है उहदा कि ਉਹ ਆਪ ਸਰਬੱਤ ਵਿੱਚੋਂ ਪਰਮੇਸ਼ਵਰ ਦੇ ਦਰਸ਼ਨ ਕਰਦਾ ਹੈ। ਉਹਦੇ ਮਨ ਵਿੱਚ ਇੱਕੋ ਹੀ ਮੰਤਰ ਚੱਲ ਰਿਹਾ, ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ। ਉਥੇ ਕਹਿੰਦੇ ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਉਹ ਖਾਸ ਆਪਣੇ ਡੇਰੇ ਵਿੱਚ ਆਏ ਹੋਏ ਲੋਕਾਂ ਵਿੱਚੋਂ ਰੱਬ ਨਹੀਂ ਦੇਖਦਾ। ਸੰਤ ਨੂੰ ਸਮਝ ਆ ਗਈ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰਿਆਂ ਵਿੱਚ ਹੀ ਪਰਮਾਤਮਾ ਹੈ। इवै बीठल उबै बीठल, बीठल बिन संसार ने। ਆਪਾਂ ਕਈ ਵਾਰ ਉਹਨਾਂ ਸ਼ਖਸੀਅਤਾਂ ਨੂੰ ਸੰਤ ਕਹਿ ਕੇ ਸਤਿਕਾਰ ਦਿੰਦੇ ਆ ਜਿਨ੍ਹਾਂ ਨੇ ਇਹਨਾਂ ਬਚਨਾਂ ਨੂੰ ਕਮਾਇਆ ਜੀਵਨ ਵਿੱਚ। ਭਾਈ ਕਨ੍ਹਈਆ ਜੀ ਦਾ ਜੀਵਨ ਵੇਖੋ, ਜ਼ਰੇ ਜ਼ਰੇ ਵਿੱਚੋਂ ਹਰ ਕਣ ਵਿੱਚੋਂ ਗੁਰੂ ਦੇ ਦਰਸ਼ਨ ਹੋ ਰਹੇ ਨੇ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਉਹਨੇ ਬਚਨ ਕਮਾ ਲਏ ਜੀਵਨ ਵਿੱਚ ਕਿ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਹੈ। ਸਾਰਿਆਂ ਵਿੱਚ ਪੂਰੇ ਪਰਮਾਤਮਾ ਦਾ ਧਿਆਨ ਹੈ। ਫਿਰ ਉਹ ਸੰਤ ਜਿਹੜਾ ਹੈ 5 ਸਾਲ ਦਾ ਭਗਤ ਪ੍ਰਹਲਾਦ ਵੀ ਹੋ ਸਕਦਾ, ਕਿਉਂਕਿ ਅੰਦਰ ਅਹਿਸਾਸ ਜਾਗ ਗਿਆ ਮੇਰਾ ਪਿਤਾ ਇੱਕ ਖਾਸ ਹੱਦ ਦਾ ਰਾਜਾ ਹੈ, ਇਸ ਕਰਕੇ ਰੱਬ ਨਹੀਂ ਹੋ ਸਕਦਾ। ਰੱਬ ਤੇ ਸਾਰੇ ਬ੍ਰਹਿਮੰਡ ਦਾ ਰਾਜਾ ਹੈ, ਸਾਰਿਆਂ ਵਿੱਚ ਰਮਿਆ ਹੋਇਆ। ਉਹ ਫਿਰ ਦ੍ਰਿੜਤਾ ਨਾਲ ਕਹਿ ਰਿਹਾ ਕਿ ਨਹੀਂ ਛੋਡੋ ਰੇ ਬਾਬਾ, ਰਾਮ ਨਾਮ ਮੇਰੋ ਔਰ ਪਰਣਸਿਓ ਨਹੀਂ ਕਾ। ਦੂਜੇ ਨੰਬਰ ਉੱਤੇ ਸਾਹਿਬ ਕਹਿੰਦੇ ਗਿਆਨੰਗ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ। ਉਹਨੂੰ ਗਿਆਨ ਆ ਗਿਆ, ਸਮਝ ਆ ਗਈ ਸੁਖ ਅਤੇ ਦੁੱਖ ਵਿੱਚ ਆਪਣੇ ਜੀਵਨ ਨੂੰ ਸਮ ਰੱਖਣ ਦੀ। ਗੁਰਬਾਣੀ ਨੇ ਸੇਧ ਦੇ ਦਿੱਤੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਹੁਣ ਤੁਸੀਂ ਸਾਰਾ ਸ਼ਬਦ ਪੜੋਗੇ ਨਾ, ਸ਼ਲੋਕ ਪੂਰਾ ਹੈ, ਕਿਤੇ ਵੀ ਬਾਹਰ ਦੇ ਪਹਿਰਾਵੇ ਦੀ ਦਿਖਾਵੇ ਦੀ ਕਿਤੇ ਵੀ ਗੱਲ ਨਹੀਂ ਹੈ। ਸਾਰੀ ਗੱਲ ਸਤਿਗੁਰੂ ਨੇ ਬਾਣੀ ਵਿੱਚ ਗੁਣਾਂ ਦੀ ਕੀਤੀ ਹੈ, ਅੰਦਰ ਦੀ ਕੀਤੀ ਹੈ। ਕਿ ਦੂਜੇ ਨੰਬਰ ਉੱਤੇ ਗਿਆਨੰਗ ਸਮ ਦੁੱਖ ਸੁਖੰ, ਉਹਦੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਬਰਾਬਰ ਨੇ, ਕਿਉਂਕਿ ਦੋਵੇਂ ਰੱਬ ਦੀ ਰਜ਼ਾ ਵਿੱਚੋਂ ਆਏ ਨੇ। ਉਹਦਾ ਜੀਵਨ ਬਣ ਗਿਆ ਸੰਤ ਦਾ ਆਵਤ ਹਰਖ ਨਾ ਜਾਵਤ ਦੁਖਾ। ਜਿਵੇਂ ਸਾਡੀ ਜ਼ਿੰਦਗੀ ਵਿੱਚ ਕੁਝ ਪ੍ਰਾਪਤੀ ਹੁੰਦੀ ਹੈ ਤਾਂ ਅਸੀਂ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਾਂ। ਜਬ ਕਛ ਪਾਵਤ ਗਰਭ ਕਰਤ ਹੈ, ਮਾਇਆ ਗਈ ਤਾਂ ਰੋਵਨ ਲਗਤ ਹੈ। ਲੇਕਿਨ ਸੰਤ ਦਾ ਜੀਵਨ ਬਿਲਕੁਲ ਟਿਕਿਆ ਹੋਇਆ ਹੈ। ਆਵਤ ਹਰਖ ਨਾ ਜਾਵਤ ਦੁਖਾ, ਨਾ ਵਿਆਪੈ ਮਨ ਰੋਗਨੀ। ਉਹਨੇ ਆਪਣੀ ਜ਼ਿੰਦਗੀ ਵਿੱਚ ਦੁੱਖ ਸੁੱਖ ਦੋਨੇ ਬਰਾਬਰ ਕਰਕੇ ਜਾਣ ਲਏ। ਗਿਆਨੰ ਸਮ ਦੁੱਖ ਸੁਖੰ, ਫਿਰ ਅਗਲਾ ਜੁਗਤ ਨਿਰਮਲ ਨਿਰਵੈਰਣ ਹੈ। ਉਹਦੇ ਜੀਵਨ ਦੀ ਜੁਗਤ ਇੰਨੀ ਨਿਰਮਲ ਪਵਿੱਤਰ ਹੈ, ਉਹ ਨਿਰਵੈਰ ਜੀਵਨ ਹੈ। ਕੋਈ ਜੈਲਸੀ ਨਹੀਂ, ਕੋਈ ਈਰਖਾ ਨਹੀਂ, ਕੋਈ ਅੰਦਰ ਐਸੀ ਭਾਵਨਾ ਨਹੀਂ, ਸਾਰਿਆਂ ਨੂੰ ਸਮ ਦ੍ਰਿਸ਼ਟ ਵੇਖਦਾ ਸੰਸਾਰ ਅੰਦਰ। ਫਿਰ ਮਹਾਰਾਜ ਕਹਿੰਦੇ ਦਿਆਲੰਗ ਸਰਬਤਰ ਜੀਆਂ। ਅਗਲਾ ਗੁਣ, ਉਹ ਸੰਤ ਸਾਰੇ ਜੀਵਾਂ ਉੱਤੇ ਦਿਆਲ ਕਰਦਾ ਹੈ। ਕਵੀ ਤੁਲਸੀਦਾਸ ਨੇ ਕਿਹਾ ਸੰਤ ਦਾ ਹਿਰਦਾ ਤੇ ਹੁੰਦਾ ਹੀ ਦਇਆਵਾਨ ਹੈ। ਸੰਤ ਦਾ ਹਿਰਦਾ ਇਵੇਂ ਦਾ ਹੁੰਦਾ ਜਿਵੇਂ ਦਾ ਮੱਖਣ ਹੋਵੇ, ਸੌਫਟ, ਬਿਲਕੁਲ ਕੋਮਲ। ਸੰਤ ਹਿਰਦਾ ਨਵਨੀਤ ਸਮਾਨਾ। ਪਰ ਇਹ ਗੱਲ ਲਿਖਣ ਤੋਂ ਬਾਅਦ ਉਹਨੇ ਇਸ ਗੱਲ ਨੂੰ ਕੱਟ ਦਿੱਤਾ, ਆਪ ਹੀ ਕਹਿਣ ਲੱਗਾ ਕਹਿਓ ਕਵਨੈ ਪਰ ਕਹਾ ਨਾ ਜਾਣਾ। ਕਵੀ ਨੇ ਬਿਆਨ ਤੇ ਕੀਤਾ ਪਰ ਇਹਦੇ ਵਿੱਚ ਸੰਪੂਰਨਤਾ ਨਹੀਂ ਹੈ। ਸੰਪੂਰਨਤਾ ਕਿਉਂ ਨਹੀਂ ਹੈ? ਕਿਉਂਕਿ ਮੱਖਣ ਦਾ ਸੁਭਾਅ ਹੈ, ਜਦੋਂ ਤੱਕ ਆਪਣੇ ਆਪ ਨੂੰ ਸੇਕ ਨਾ ਲੱਗੇ ਨਾ ਉਦੋਂ ਤੱਕ ਪਿੰਗਲਦਾ ਨਹੀਂ। ਪੂਰੇ ਘਰ ਨੂੰ ਅੱਗ ਲੱਗ ਕੇ ਪੂਰਾ ਘਰ ਸੜ ਜਾਏ, ਫਰਿੱਜ ਵਿੱਚ ਮੱਖਣ ਪਿਆ ਉਹਨੇ ਉਵੇਂ ਹੀ ਰਹਿਣਾ। ਪਰ ਜਦੋਂ ਆਪ ਨੂੰ ਸੇਕ ਵੱਜੇਗਾ, ਆਪ ਨੂੰ ਕੋਈ ਤੱਤਾ ਕਰੇਗਾ, ਫਿਰ ਉਹਨੇ ਪਿੰਗਲਣਾ। ਲੇਕਿਨ ਕਹਿੰਦੇ ਰੱਬ ਦਾ ਪਿਆਰਾ ਇਵੇਂ ਦਾ ਨਹੀਂ ਹੈ। ਉਹ ਤੇ ਜਦੋਂ ਸੰਸਾਰ ਨੂੰ ਸੜਦਾ ਵੇਖਦਾ ਹੈ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਅਜ਼ਮਤ ਨੂੰ ਅਸੀਂ ਸਾਰੇ ਨਮਸਕਾਰ ਕਰਦੇ ਹਾਂ। ਸਤਿਗੁਰੂ ਦਾ ਪ੍ਰਕਾਸ਼ ਪੁਰਬ ਆਉਣਾ, ਅਸੀਂ ਬੜੇ ਪਿਆਰ ਨਾਲ ਗਾਵਾਂਗੇ ਗੁਰੂ ਦੀ ਵਡਿਆਈ ਵਿੱਚ ਕਿ ਜਦੋਂ ਗੁਰੂ ਨਾਨਕ ਨੇ ਸੰਸਾਰ ਵੱਲ ਵੇਖਿਆ, ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸਾਈ। ਗੁਰੂ ਨਾਨਕ ਨੂੰ ਸੰਸਾਰ ਜਲਦਾ ਦਿਸਿਆ, ਤੇ ਜਦੋਂ ਸੰਸਾਰ ਜਲਦਾ ਹੋਇਆ ਦਿਸਿਆ ਤੇ ਗੁਰੂ ਨਾਨਕ ਜੀ ਆਪਣੇ ਘਰ ਵਿੱਚ ਟਿਕ ਨਾ ਸਕੇ। ਚੜਿਆ ਸੋਧਨ ਧਰਤ ਲੁਕਾਈ। ਸੰਤ ਹਿਰਦਾ ਨਵਨੀਤ ਸਮਾਨਾ, ਕਹਿਓ ਕਵਨੇ ਪਰ ਕਹਾ ਨਾ ਜਾਣਾ। ਨਿਜ ਪ੍ਰਤਾਪ ਦਰਵੈ ਨਵਨੀਤਾ, ਪਰ ਦੁਖ ਦਰਵੈ ਸੰਤ ਪੁਨੀਤਾ। ਸੰਤ ਜਿਹੜਾ ਦੂਜਿਆਂ ਦੇ
ਘਰ ਨੂੰ ਜਲਦਾ ਹੋਇਆ ਵੇਖ ਕੇ ਤਰਾ ਤਰਾ ਕਰ ਉੱਠਦਾ। ਉਹ ਤੇ ਰੱਬ ਨੂੰ ਵੀ ਕਈ ਵਾਰੀ ਕਹਿ ਦਿੰਦਾ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾਲ। ਉਹ ਰੱਬ ਅੱਗੇ ਪੁਕਾਰਾ ਕਰਦਾ ਹੈ, ਅਸਲ ਸੰਤ ਜਿਹੜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਹੋ ਉਬਾਰ। ਸੜਦੇ ਹੋਏ ਸੰਸਾਰ ਨੂੰ, ਈਰਖਾ ਦੀ ਦਵੈਸ ਦੀ ਅੱਗ ਵਿੱਚ ਸੜਦੇ ਨੂੰ ਇਹ ਰੱਬਾ ਕਿਰਪਾ ਕਰ, ਤੂੰ ਬਚਾ ਸਕਦਾ ਹੈ, ਆਪਣੇ ਨਾਮ ਦਾ ਛਿੱਟਾ ਦੇ ਕੇ ਸੰਸਾਰ ਦੀ ਰਾਖੀ ਕਰ ਲੈ। ਜਿਵੇਂ ਸਤਿਗੁਰੂ ਜੀ ਨੇ ਇਹ ਸਾਨੂੰ ਸਿਧਾਂਤ ਦਿੱਤਾ, ਗੁਰੂ ਘਰ ਦੀ ਮਰਿਆਦਾ ਕਿ ਜਿੰਨੀ ਲੰਮੀ ਚੌੜੀ ਸਾਡੀ ਅਰਦਾਸ ਹੋ ਜੇ ਭਾਵੇਂ, ਪਰ ਅਖੀਰ ਵਿੱਚ ਜਾ ਕੇ ਰੱਬੀ ਵਿਧਾਨ, ਗੁਰਮਤਿ ਦੇ ਵਿਧਾਨ ਮਰਿਆਦਾ ਅਨੁਸਾਰ ਇੱਥੇ ਜਾ ਕੇ ਮੁੱਕਣੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਉਹ ਸਰਬਤ ਦੇ ਭਲੇ ਦੀ ਕਾਮਨਾ ਰੱਖਦਾ, ਕਿਉਂਕਿ ਦਿਆਲੰ ਸਰਬਤ ਰਜੀਆਂ। ਅਗਲਾ ਉਹਦਾ ਲੱਛਣ ਹੈ ਪੰਜ ਦੋਖ ਵਿਵਰਜਿਤ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਪੰਜ ਦੋਖਾਂ ਤੋਂ ਦੂਰ ਹੈ। ਹੁਣ ਤੁਸੀਂ ਦੇਖੋ ਕਿੰਨੇ ਆਪਣੇ ਆਪ ਨੂੰ ਸੰਤ ਅਖਵਾਉਣ ਵਾਲੇ ਅੱਜ ਇਹਨਾਂ ਪੰਜ ਦੋਖਾਂ ਕਰਕੇ ਜੇਲਾਂ ਵਿੱਚ ਪਏ ਨੇ, ਕਿਉਂਕਿ ਪੰਜ ਦੋਖਾਂ ਤੋਂ ਬਚਣਾ, ਜਿਨ ਮਾਰੇ ਪੰਜ ਸੂਰਵੀਰ ਐਸੋ ਕੌਣ ਬੱਲੀ ਰੇ, ਸਤਿਗੁਰੂ ਬਾਣੀ ਵਿੱਚ ਕਹਿੰਦੇ ਸੰਤ ਹੀ ਹੋ ਸਕਦਾ ਅਸਲੀ ਸੰਤ, ਨਹੀਂ ਤਾਂ ਨਾਮ ਅੱਗੇ ਸੰਤ ਲਗਵਾ ਲਿਆ, ਕੁਕਰਮ ਐਸੇ ਕੀਤੇ ਕਿ ਮੁੜ ਕੇ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਹੀ ਕੱਟਣੀ ਪਈ। ਪਰ ਇਹ ਸੰਤ ਕੈਸਾ ਹੈ, ਜਦੋਂ ਗੁਰੂ ਨਾਨਕ ਸਾਹਿਬ ਸਿੰਗਲਾ ਦੀਪ ਜਾਂਦੇ ਨੇ ਨਾ, ਰਾਜਾ ਪਰਖ ਵਾਸਤੇ ਸੁੰਦਰ ਇਸਤਰੀਆਂ ਭੇਜ ਦਿੰਦਾ, ਮਹਾਰਾਜ ਉਹਨਾਂ ਦੇ ਸਿਰ ਉੱਤੇ ਚੁੰਨੀ ਦੇ ਕੇ ਕਹਿੰਦੇ, ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸਚ ਦੋਤ ਸਵਾਰ। ਬੇਟੀਓ, ਆਹ ਸਮਾਂ ਇਵੇਂ ਆਪਣੇ ਸਰੀਰ ਦੀ ਨੁਮਾਇਸ਼ ਕਰਨ ਦਾ ਨਹੀਂ ਹੈ, ਇਹ ਵੇਲਾ ਰੱਬ ਦੀ ਯਾਦ ਵਿੱਚ ਜੁੜਨ ਦਾ ਹੈ, ਕਿਉਂਕਿ ਬੜੀ ਕੀਮਤੀ ਮਨੁੱਖਾ ਦੇਹੀ ਮਿਲੀ ਹੈ। ਜਾਓ ਜਾ ਕੇ ਪ੍ਰਮਾਤਮਾ ਦੇ ਚਿੰਤਨ ਵਿੱਚ ਜੁੜੋ, ਰੱਬ ਦੀ ਯਾਦ ਵਿੱਚ ਜੁੜੋ। ਪੰਜ ਦੋਖ ਵਿਵਰਜਿਤ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਨੂਰ ਜਹਾਂ ਆਉਂਦੀ ਹੈ, ਜਹਾਂਗੀਰ ਬਾਦਸ਼ਾਹ ਆਪਣੀ ਬੇਟੀ ਦੀ ਉਮਰ ਦੀ ਨੂਰ ਜਹਾਂ ਨੂੰ ਕੱਢ ਕੇ ਲੈ ਕੇ ਆਉਂਦੇ, ਪਤੀ ਨੂੰ ਮਰਵਾ ਕੇ, ਲੇਕਿਨ ਸਤਿਗੁਰੂ ਜੀ ਦੀ ਹਮ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ, ਉਹਨੇ ਸ਼ਿੰਗਾਰ ਕੀਤਾ। ਨੂਰ ਜਹਾਂ ਦਾ ਅਰਥ ਹੈ ਸਾਰੇ ਜਹਾਂ ਦਾ ਨੂਰ ਜਿਹੜਾ ਇੱਕ ਜਗ੍ਹਾ ਇਕੱਠਾ ਕੀਤਾ। ਲੇਕਿਨ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਆਉਂਦੀ, ਸਤਿਗੁਰੂ ਉਹਦੀ ਬਾਹਰ ਦੀ ਰੂਪ ਰੇਖਾ ਵੇਖ ਕੇ ਕਹਿੰਦੇ, ਐਸਾ ਸ਼ਿੰਗਾਰ ਕਰ ਪੁੱਤਰੀ ਪਾਏ ਖੁਦਾਏ, ਹੇ ਮੇਰੀ ਧੀਏ, ਕਿਤੇ ਗੁਣਾਂ ਦਾ ਵੀ ਸ਼ਿੰਗਾਰ ਐਸਾ ਕਰੇ ਤੂੰ ਕਿ ਖੁਦਾ ਦੇ ਨੇੜੇ ਹੋ ਜਾਏ, ਰੱਬ ਦੇ ਨੇੜੇ ਹੋ ਜਾਏ, ਜਿਵੇਂ ਦਾ ਸ਼ਿੰਗਾਰ ਬਾਹਰ ਦਾ ਸਰੀਰ ਦਾ ਕੀਤਾ ਹੋਇਆ। ਪੰਜ ਦੋਖ ਵਿਵਰਜਿਤ ਹੈ। ਗੁਰੂ ਕਿਵੇਂ ਪੰਜ ਦੋਖਾਂ ਤੋਂ ਬਚਿਆ, ਔਰ ਉਸ ਸੰਤ ਗੁਰੂ ਕੋਲ ਆ ਕੇ ਸਾਨੂੰ ਵੀ ਹੌਸਲਾ ਮਿਲਦਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਅਸੀਂ ਅਰਦਾਸ ਕਰਦੇ ਹਾਂ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੈ ਗੁਰੂ ਤੂੰ ਕਿਰਪਾ ਕਰ, ਜਿਹੜੇ ਪੰਜ ਦੋਖ ਪੰਜ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਪਿਆ, ਜਿਹੜੇ ਦਿਨ ਰਾਤ ਸਤਾਉਂਦੇ ਨੇ, ਦੁੱਖ ਦਿੰਦੇ ਨੇ, ਤੇਰੀ ਕਿਰਪਾ ਨਾਲ ਮਿਟ ਸਕਣ। ਇਹ ਆਪਣੀ ਤਾਕਤ ਨਾਲ ਨਹੀਂ ਮਿਟਦੇ। ਹੁਣ ਜਿਹੜਾ ਆਪ ਸੰਤ ਅਖਵਾ ਕੇ ਇਹਨਾਂ ਦੀ ਪਕੜ ਵਿੱਚ ਲਿਬੜਿਆ ਹੋਇਆ, ਤੁਹਾਨੂੰ ਕਿਵੇਂ ਛਡਾ ਸਕਦਾ? ਇਹ ਤੇ ਪੂਰਾ ਸੰਤ ਉਹ ਗੁਰੂ ਹੈ ਜਿਹੜਾ ਬੰਧਨ ਤੋੜ ਬੋਲਾਵੇ ਰਾਮ, ਮਨ ਮੈਂ ਲਾਗੇ ਸਹਿਜ ਧਿਆਨ, ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ, ਐਸਾ ਦਾਤਾ ਸਤਿਗੁਰੂ ਕਹੀਏ, ਜਿਹਦੇ ਕੋਲ ਆ ਕੇ ਸਾਰੇ ਵਿਕਾਰਾਂ ਦੇ ਬੰਧਨ ਕੱਟੇ ਜਾਂਦੇ ਨੇ, ਟੁੱਟ ਜਾਂਦੇ ਹਨ। ਦਿਆਲੰਗ ਸਰਬਤਰ ਜੀਆਂ ਪੰਜ ਦੋਖ ਵਿਵਰਜਿਤ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭੋਜਨੰ ਗੋਪਾਲ ਕੀਰਤਨੰ, ਸੰਤ ਦੀ ਖੁਰਾਕ ਕੀ ਹੈ? ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੇ। ਦੋ ਤਰ੍ਹਾਂ ਦਾ ਲੰਗਰ ਹੈ ਨਾ ਸਤਿਗੁਰੂ ਦੇ ਘਰ ਵਿੱਚ। ਜਦੋਂ ਆਪਾਂ ਆਉਂਦੇ ਹਾਂ, ਇੱਕ ਲੰਗਰ ਹਾਲ ਵਿੱਚ ਜਾ ਕੇ ਸਰੀਰਕ ਰੂਪ ਵਿੱਚ ਸਾਡੀ ਤ੍ਰਿਪਤੀ ਵਾਸਤੇ ਸਾਨੂੰ ਪ੍ਰਸ਼ਾਦਾ ਮਿਲਦਾ ਹੈ, ਲੰਗਰ ਮਿਲਦਾ ਹੈ। ਪਰ ਇੱਕ ਜਿਵੇਂ ਤੁਸੀਂ ਇੱਥੇ ਸਜ ਕੇ ਬੈਠੇ ਹੋ ਗੁਰੂ ਦਰਬਾਰ ਵਿੱਚ, ਲੰਗਰ ਚੱਲਿਆ ਗੁਰ ਸ਼ਬਦ, ਹਰ ਤੋਟ ਨਾ ਆਵੀ ਖੱਟੀ ਹੈ। ਗੁਰੂ ਦੇ ਸ਼ਬਦ ਦਾ ਲੰਗਰ ਜਿਹੜਾ ਸਾਡੀ ਆਤਮਾ ਦੀ ਤ੍ਰਿਪਤੀ ਵਾਸਤੇ, ਸਾਡੇ ਮਨ ਦੀ ਖੁਰਾਕ ਹੈ, ਜਿਸ ਨੂੰ ਖਾ ਕੇ ਅਸੀਂ ਬਲਵਾਨ ਹੋਣਾ ਹੈ, ਜਿਸ ਨੂੰ ਖਾ ਕੇ ਸਾਡੀ ਆਤਮਾ ਤਾਕਤਵਰ ਹੋ ਕੇ ਵਿਕਾਰਾਂ ਨਾਲ ਲੜ ਸਕਦੀ ਹੈ। ਮਹਾਰਾਜ ਕਹਿੰਦੇ ਸੰਤ ਦੀ ਜਿਹੜੀ ਖੁਰਾਕ ਹੈ ਨਾ, ਉਹ ਭੋਜਨੰ ਗੋਪਾਲ ਕੀਰਤਨੰ, ਪਰਮਾਤਮਾ ਦੀ ਕੀਰਤੀ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਹੈ। ਹਰ ਵੇਲੇ ਰੱਬ ਯਾਦ ਵਿੱਚ ਜੁੜਿਆ ਹੋਇਆ, ਆਪ ਜਪਦਾ ਤੇ ਦੂਜਿਆਂ ਨੂੰ ਵੀ ਨਾਮ ਜਪਣ ਦੀ, ਰੱਬ ਦੀ ਕੀਰਤੀ ਕਰਨ ਦੀ ਪ੍ਰੇਰਣਾ ਕਰਦਾ। ਔਰ ਫਿਰ ਉਹਦਾ ਜੀਵਨ ਬਾਹਰੀ ਤੌਰ ਤੇ ਵੀ ਇੰਨਾ ਸੰਜਮੀ ਹੈ, ਜਿਹਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ, ਥੋੜਾ ਸਵੈ ਥੋੜਾ ਹੀ ਖਾਵੇ। ਉਹ ਨਹੀਂ ਕਿ ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਤ੍ਰਿਗ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ।
ਸਗੋਂ ਸੰਤ ਦਾ ਜੀਵਨ ਬੜਾ ਸੰਜਮੀ ਜੀਵਨ ਹੈ। ਭੋਜਨੰ ਗੋਪਾਲ ਕੀਰਤਨੰ, ਫਿਰ ਅਲਪ ਮਾਇਆ ਜਲ ਕਮਲ ਰਹਿਤ। ਉਹਦਾ ਜੀਵਨ ਇਵੇਂ ਦਾ ਹੈ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਹੀ ਖਿੜਨਾ ਉਹਨੇ, ਲੇਕਿਨ ਆਪਣੀਆਂ ਪੰਖੀਆਂ ਨੂੰ ਕਦੇ, ਆਪਣੀਆਂ ਪੱਤੀਆਂ ਨੂੰ ਕਦੇ ਚਿੱਕੜ ਨਹੀਂ ਲੱਗਣ ਦਿੰਦਾ। ਰੱਬ ਦਾ ਪਿਆਰਾ ਵੀ, ਸੰਤ ਵੀ, ਇਹ ਨਹੀਂ ਕਿ ਦੁਨੀਆ ਤੋਂ ਵੱਖਰਾ ਹੋ ਕੇ ਕਿਤੇ ਖਾਸ ਡੇਰਾ ਬਣਾ ਕੇ ਬਹਿ ਗਿਆ। ਉਹਨੇ ਵਿਆਹ ਨਹੀਂ ਕੀਤਾ, ਉਹਨੇ ਗ੍ਰਸਤ ਧਾਰਨ ਨਹੀਂ ਕੀਤਾ। ਅਸੀਂ ਇਸ ਗੱਲੋਂ ਉਹਨੂੰ ਸਤਿਕਾਰ ਦਿੰਦੇ ਰਹੇ। ਮਹਾਰਾਜ ਕਹਿੰਦੇ ਨਹੀਂ, ਉਹ ਮਾਇਆ ਵਿੱਚ ਹੀ ਹੈ, ਘਰ ਗ੍ਰਸਤੀ ਵਿੱਚ ਹੀ ਹੈ, ਲੇਕਿਨ ਘਰ ਗ੍ਰਸਤੀ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਹੈ। ਜਦੋਂ ਗੁਰੂ ਨਾਨਕ ਸਾਹਿਬ ਗਏ ਨਾ ਸੁਮੇਰ ਪਰਬਤ ਉੱਤੇ, ਤੇ ਜੋਗੀਆਂ ਨੂੰ ਇਸ ਗੱਲ ਦਾ ਮਾਣ ਸੀ ਵੀ ਅਸੀਂ ਵੱਡੇ ਤਿਆਗੀ ਹਾਂ, ਸਾਡੇ ਸਾਹਮਣੇ ਕੌਣ ਟਿਕ ਸਕਦਾ। ਧੰਨ ਗੁਰੂ ਨਾਨਕ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਸੰਤਾਂ ਦੀ, ਜੋਗੀਆਂ ਦੀ ਸੇਵਾ ਕਰੋ, ਲਿਆ ਕੇ ਜਲ ਛਕਾਓ। ਖੱਪਰ ਦੇ ਦਿੱਤਾ ਪਾਣੀ ਭਰ ਕੇ ਲਿਆਉਣ ਵਾਸਤੇ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲੇਵੈ ਵਾਲਾ, ਐਸਾ ਜੋਗੀ ਕਲੀ ਮਾਏ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਸਤਿਗੁਰੂ ਨੂੰ ਕਹਿੰਦੇ ਨੇੜੇ ਖੂਹ ਤੋਂ ਪਾਣੀ ਲਿਆਓ ਭਰ ਕੇ। ਉਹਨਾਂ ਆਪਣੀਆਂ ਤਾਕਤਾਂ ਨਾਲ ਉਹ ਪਾਣੀ ਦਾ ਖੂਹ ਹੀਰਿਆਂ ਨਾਲ ਭਰ ਦਿੱਤਾ, ਮੋਹਰਾਂ ਨਾਲ ਭਰ ਦਿੱਤਾ। ਮਨ ਵਿੱਚ ਇੱਕ ਖਿਆਲ ਆਇਆ ਵੀ ਗੁਰੂ ਨਾਨਕ ਸਾਹਿਬ ਤਾਂ ਗ੍ਰਸਤੀ ਬੰਦੇ ਨੇ, ਪਰਿਵਾਰ ਵਿੱਚੋਂ ਆਏ ਹੈ, ਤੇ ਜਦੋਂ ਇਹ ਦੇਖਣਗੇ ਇੰਨੀ ਮਾਇਆ, ਇੰਨੀ ਦੌਲਤ, ਤੇ ਇਹਨਾਂ ਦਾ ਮਨ ਡੋਲ ਜਾਣਾ। ਇਹਨਾਂ ਆਉਂਦੇ ਜੋਗੀਆਂ ਨੂੰ ਮੱਥਾ ਟੇਕ ਦੇਣਾ। ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹ ਬਾਬਾ ਅਸਲ ਵਿੱਚ ਸੰਤ ਹੈ, ਜਿਹੜਾ ਮਾਇਆ ਵਿੱਚ ਰਹਿੰਦਿਆਂ ਕਮਲ ਦੇ ਫੁੱਲ ਦੀ ਨਿਆਈ ਚਿੱਕੜ ਵਿੱਚ ਰਹਿ ਕੇ ਨਿਰਲੇਪ ਰਹਿੰਦਾ। ਉਹਨੇ ਪਹਿਲੇ ਸ਼ਬਦ ਵਿੱਚ ਕਹਿ ਦਿੱਤਾ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਸਭ ਕੁਝ ਹੋਵੇ ਸਿੱਖ ਕੋਲ, ਲੇਕਿਨ ਸਾਰਾ ਕੁਝ ਵੇਖ ਕੇ ਰੱਬ ਨਾ ਭੁੱਲੇ, ਅਕਾਲ ਪੁਰਖ ਨਾ ਭੁੱਲੇ। ਜਿੰਨਾ ਵੱਧ ਹੋਵੇ ਉਨੀ ਯਾਦ ਚਿੰਤਨ ਉਹਨਾਂ ਹੋਰ ਡੂੰਘਾ ਹੋ ਜੇ। ਹਰ ਵੇਲੇ ਪ੍ਰਮਾਤਮਾ ਦੀ ਸਿਫਤ ਵਿੱਚ ਜੁੜੇ ਮਨ, ਕਿਉਂਕਿ ਜਿੰਨਾ ਪਦਾਰਥ ਹੈ ਨਾ, ਪੌੜੀ ਹੈ ਰੱਬ ਨਾਲ ਜੁੜਨ ਵਾਸਤੇ। ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਤੇ ਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗਰੇ ਸੰਗ ਸੁਖ ਵਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਸਤਿਗੁਰੂ ਜਦੋਂ ਵਾਪਸ ਆਏ ਤੇ ਖਾਲੀ ਹੱਥ, ਜੋਗੀ ਬੜੇ ਹੈਰਾਨ ਹੋਏ। ਕਹਿੰਦੇ ਵੀ ਪਾਣੀ ਨਹੀਂ ਲਿਆਂਦਾ ਮਹਾਰਾਜ, ਕਹਿੰਦੇ ਇੱਥੇ ਜਲ ਨਹੀਂ ਸੀ। ਕਹਿੰਦੇ ਕੁਝ ਹੋਰ, ਸਤਿਗੁਰੂ ਕਹਿੰਦੇ ਹੋਰ ਨਾਲ ਤੇ ਸਾਡਾ ਸੰਬੰਧ ਨਹੀਂ ਸੀ, ਤੁਸਾਂ ਜਲ ਹੀ ਭੇਜਿਆ, ਜਲ ਉੱਥੇ ਹੈ ਨਹੀਂ ਸੀ। ਧੰਨ ਗੁਰੂ ਨਾਨਕ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟ ਕਰ ਦਿੱਤਾ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਗੁਰਮੁਖ ਦਾ ਜੀਵਨ ਇਵੇਂ ਦਾ ਹੈ ਕਿ ਮਾਇਆ ਵਿੱਚ ਨਿਰਲੇਪ ਹੈ। ਸਾਧ ਨੇ ਐਸਾ ਜੀਵਨ ਕਮਾ ਲਿਆ ਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਅਲਪ ਮਾਇਆ ਜਲ ਕਮਲ ਰਹਿਤਾ ਹੈ। ਫਿਰ ਅੱਗੇ ਜਾ ਕੇ ਉਪਦੇਸੰਗ ਸਮ ਮਿੱਤਰ ਸਤਰੈ, ਭਗਵੰਤ ਭਗਤ ਭਾਵਨੀ। ਉਹ ਜਦੋਂ ਸੱਚ ਦਾ ਉਪਦੇਸ਼ ਦਿੰਦਾ ਹੈ ਨਾ, ਫਿਰ ਮਿੱਤਰ ਨੂੰ, ਸ਼ਤਰੂ ਨੂੰ, ਸਾਰਿਆਂ ਨੂੰ ਸਮ ਬਰਾਬਰ ਉਪਦੇਸ਼ ਦਿੰਦਾ ਹੈ। ਕਿਉਂਕਿ ਗੁਰੂ ਕੋਲ ਆ ਕੇ ਜਦੋਂ ਮੱਥੇ ਟੇਕਾਂਗੇ, ਝੁਕਾਂਗੇ, ਤੇ ਸਾਡੇ ਕੰਨਾਂ ਵਿੱਚ ਸਭ ਤੋਂ ਪਹਿਲਾ ਸਬਕ ਇਹੀ ਮਿਲੇਗਾ, ਇਹੀ ਉਪਦੇਸ਼ ਮਿਲੇਗਾ ਆ ਕੇ ਗੁਰੂ ਚਰਨਾਂ ਵਿੱਚ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਲਿਆਈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਾ। ਉਹ ਸਾਰਿਆਂ ਨੂੰ ਬਰਾਬਰ ਉਪਦੇਸ਼ ਦਿੰਦਾ ਹੈ। ਕੋਈ ਵੀ ਆ ਕੇ ਪੁੱਛ ਲਵੇ ਸਵਾਲ, ਕੋਈ ਇਸਤਰੀ ਪੁੱਛੇ, ਉਸ ਸੰਤ ਨੇ ਫੇਰ ਮਾਰਗ ਦਰਸ਼ਨ ਦੇਣਾ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਫਿਰ ਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਇਹ ਤੇ ਨਹੀਂ ਵੀ ਇਸਤਰੀ ਦੇ ਮੱਥੇ ਨਹੀਂ ਲੱਗਣਾ, ਕਿ ਉਹਦੇ ਮੱਥੇ ਲੱਗ ਕੇ ਮੇਰਾ ਧਰਮ ਜਿਹੜਾ ਨੀਵਾਂ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਘਰ ਵਿੱਚ ਉਪਦੇਸੰਗ ਸਮ ਮਿੱਤਰ ਸਤਰ, ਸਾਰਿਆਂ ਨੂੰ ਬਰਾਬਰ ਦਾ ਉਪਦੇਸ਼। ਕੋਈ ਵੀ ਪੁੱਛੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਚੌ ਵਰਨਾ ਕੋ ਸਾਂਝਾ। ਸਗੋਂ ਸਤਿਗੁਰੂ ਜੀ ਦੇ ਘਰ ਵਿੱਚ ਮਹਾਰਾਜ ਨੇ ਉਸੇ ਧਾਰਮਿਕ ਬੰਦੇ ਨੂੰ ਪ੍ਰਵਾਨ ਕੀਤਾ ਜਿਨੇ ਆਪਣੀ ਜ਼ਿੰਦਗੀ ਵਿੱਚ ਕਰਮ ਕਮਾ ਲਏ, ਵਚਨ ਕਮਾ ਲਏ, ਚੌਹਾਂ ਵਰਨਾ ਕੋ ਦੇ ਉਪਦੇਸ਼। ਮਹਾਰਾਜ ਕਹਿੰਦੇ ਨਾਨਕ ਉਸ ਪੰਡਿਤ ਕੋ ਸਦਾ ਦੇਸ, ਜਿਹੜਾ ਚੌ ਵਰਨਾਂ ਨੂੰ ਬਰਾਬਰ ਉਪਦੇਸ਼ ਦੇ ਰਿਹਾ, ਵਿਤਕਰਾ ਨਹੀਂ ਕਰ ਰਿਹਾ ਕਿ ਖਾਸ ਲੋਕਾਂ ਵਾਸਤੇ ਉਪਦੇਸ਼ ਹੋ ਸਕਦਾ ਹੈ। ਮਹਾਰਾਜ ਕਹਿੰਦੇ ਸਾਰਿਆਂ ਵਾਸਤੇ ਸਾਂਝਾ ਹੈ। ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਪਦੇਸੰਗ ਸਮ ਮਿੱਤਰ ਸਤਰੈ, ਭਗਤ ਭਗਵੰਤ ਭਗਤ ਭਾਵਨੀ। ਉਹਦੀ ਜਿਹੜੀ ਭਾਵਨਾ ਹੈ ਨਾ, ਪਿਆਰ ਹੈ, ਭਗਤੀ ਹੈ, ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਹੈ ਹਰ ਵੇਲੇ। ਤੇ ਅਖੀਰ ਵਿੱਚ ਮਹਾਰਾਜ ਕਹਿੰਦੇ ਪਰ ਨਿੰਦਾ ਨੇ ਸਰਵਣੰਗ ਸਰੋਤ। ਇਹ 6ਵਾਂ ਗੁਣ ਹੈ ਸੰਤ ਦਾ, ਕਿ ਉਹ ਪਰਾਈ ਨਿੰਦਿਆ ਆਪਣੇ ਕੰਨਾਂ ਰਾਹੀਂ ਨਹੀਂ ਸੁਣਦਾ, ਬਹੁਤ ਸੁਚੇਤ ਰਹਿੰਦਾ, ਅਲਰਟ ਰਹਿੰਦਾ। ਭਾਈ ਗੁਰਦਾਸ ਜੀ ਨੇ ਜਿਵੇਂ ਕਿਹਾ, ਪਰ ਨਿੰਦਾ ਸੁਣ ਆਪ ਹਟਾਵੇ।
ਕੰਨ ਤਾਂ ਖੁੱਲੇ ਨੇ ਨਾ, ਬੋਲ ਤਾਂ ਚਾਰੇ ਪਾਸਿਓਂ ਪੈਣਗੇ ਹੀ ਕੰਨਾਂ ਵਿੱਚ, ਲੇਕਿਨ ਉਹਨੇ ਸੈਂਸਰ ਲਾਇਆ ਹੋਇਆ ਕਿਹੜੀ ਚੀਜ਼ ਨੂੰ ਅੰਦਰ ਆਉਣ ਦੀ ਪਰਮਿਸ਼ਨ ਦੇਣੀ, ਆਗਿਆ ਦੇਣੀ, ਕਿਹੜੀ ਨੂੰ ਸੁਚੇਤ ਹੋ ਕੇ ਬਾਹਰ ਹੀ ਕੱਢ ਦੇਣਾ। ਜਿਵੇਂ ਘਰ ਦੇ ਦਰਵਾਜ਼ੇ ਨੇ ਨਾ ਸਾਡੇ, ਅਸੀਂ ਕਿੰਨੀ ਸਾਫ਼ ਸਫਾਈ, ਕਿੰਨਾ ਕੁਝ ਧਿਆਨ ਰੱਖਦੇ, ਇਨ ਬਿਨ ਕੇ ਅੱਜ ਤੇ ਸਾਡੇ ਘਰ ਦੇ ਦਰਵਾਜ਼ੇ ਅੱਗੇ ਆ ਕੇ ਵੀ ਕੋਈ ਖੜਾ ਹੋ ਜੇ, ਸਾਡੀ ਪਰਮਿਸ਼ਨ ਤੋਂ, ਆਗਿਆ ਤੋਂ ਬਿਨਾਂ ਅੰਦਰ ਨਹੀਂ ਆ ਸਕਦਾ। ਅਸੀਂ ਕੈਮਰੇ ਰਾਹੀਂ ਦੇਖ ਲੈਂਦੇ ਆ ਕੌਣ ਬੰਦਾ ਆਇਆ, ਘਰ ਲਿਆਉਣ ਵਾਲਾ ਹੈ ਜਾਂ ਨਹੀਂ। ਇਸੇ ਤਰ੍ਹਾਂ ਅਵਗੁਣ ਜਿਹੜੇ ਨੇ ਨਾ, ਉਹ ਸੁਚੇਤ ਹੋ ਕੇ ਜਿੰਨੇ ਸਾਡੇ ਦਰਵਾਜ਼ੇ ਨੇ ਗਿਆਨ ਇੰਦਰੀ, ਸਾਡੇ ਕੰਨ, ਸਾਡੀ ਨਾਸਿਕਾ, ਸਾਡੀਆਂ ਅੱਖਾਂ, ਇਹਨਾਂ ਰਾਹੀਂ ਹਿਰਦੇ ਰੂਪੀ ਘਰ ਅੰਦਰ ਕਿਹੜੀ ਚੀਜ਼ ਨੂੰ ਲੈ ਕੇ ਜਾਣਾ, ਕਿਹੜੀ ਨੂੰ ਬਾਹਰ ਹੀ ਕੱਢ ਦੇਣਾ, ਕੂੜਾ ਕਵਾੜ ਬਾਹਰ ਹੀ ਰੱਖ ਦੇਣਾ। ਇਹ ਸੰਤ ਨੇ ਆਪਣੇ ਜੀਵਨ ਵਿੱਚ ਸਿੱਖ ਲਿਆ ਕਿ ਪਰ ਨਿੰਦਾ ਨੇ ਸਰਵਣੰ ਸਰੂਤ, ਉਹ ਪਰਾਈ ਨਿੰਦਿਆ ਆਪਣੇ ਸਰਵਣਾ ਰਾਹੀਂ, ਆਪਣੇ ਕੰਨਾਂ ਰਾਹੀਂ ਕਦੇ ਨਹੀਂ ਸੁਣਦਾ। ਉਹਨੂੰ ਸਮਝ ਆ ਗਈ ਕਿ ਨਿੰਦਾ ਭਲੀ ਕਿਸੇ ਦੀ ਨਹੀਂ, ਇਹ ਕਰਮ ਗੁਰਮੁਖਾਂ ਦਾ, ਸੰਤਾਂ ਦਾ ਨਹੀਂ ਹੈ, ਇਹ ਕਰਮ ਹੈ ਮਨਮੁਖ ਮੁਗਦ ਕਰਨ, ਇਹ ਕਰਮ ਮਨਮੁਖਾਂ ਦਾ ਹੈ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਸਾਡੇ ਘਰ ਦੇ ਵਿਹੜੇ ਵਿੱਚ ਕੋਈ ਗੰਦਗੀ ਪਾਏ ਅਸੀਂ ਬਰਦਾਸ਼ਤ ਨਹੀਂ ਕਰਦੇ, ਪਰ ਜਦੋਂ ਦੂਜੇ ਤੀਜੇ ਬੰਦੇ ਤੇ, ਜਿਹਨੂੰ ਅਸੀਂ ਜਾਣਦੇ ਵੀ ਨਹੀਂ, ਉਹਦੀ ਕੋਈ ਨਿੰਦਿਆ ਕਰਦਾ, ਅਸੀਂ ਬਿਲਕੁਲ ਕੰਨ ਲਾ ਲਾ ਕੇ ਸੁਣਦੇ ਹਾਂ, ਕਿਉਂਕਿ ਉਹਦੇ ਵਿੱਚ ਰਸ ਹੈ, ਚਸਕਾ ਹੈ। ਮਹਾਰਾਜ ਕਹਿੰਦੇ ਸੰਤ ਨੇ ਇੰਨਾ ਸੰਕੋਚ ਕੀਤਾ ਆਪਣੇ ਜੀਵਨ ਵਿੱਚ। ਫਿਰ ਉਹਨਾਂ ਦੀ ਕਮਾਈ ਨੂੰ ਧਿਆਨ ਵਿੱਚ ਧਰ ਕੇ ਤਾਂ ਆਪ ਜੀ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹੋ, ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ, ਬੁਰਿਆਈ ਨੂੰ ਦੇਖ ਕੇ ਵੀ ਜੀਵਨ ਦਾ ਆਧਾਰ ਨਹੀਂ ਬਣਨ ਦਿੱਤਾ, ਬੁਰਿਆਈ ਨੂੰ ਜ਼ਿੰਦਗੀ ਤੋਂ ਦੂਰ ਕਰ ਦਿੱਤਾ। ਮਹਾਰਾਜ ਕਹਿੰਦੇ ਪਰ ਨਿੰਦਾ ਨੇ ਸਰਵਣੰ ਸਰੋਤ, ਆਪ ਤਿਆਗ ਸਗਲ ਰੇਣੁਕੇ। ਉਹਨੇ, ਅਸਲ ਸੰਤ ਨੇ ਆਪਣਾ ਆਪਾ ਤਿਆਗ ਕੇ ਸਾਰਿਆਂ ਦੇ ਚਰਨਾਂ ਦੀ ਧੂੜੀ ਬਣਨਾ ਪ੍ਰਵਾਨ ਕਰ ਲਿਆ। ਉਹਨੇ ਖਾਸ ਥਾਂ ਦੇ ਉੱਤੇ ਗੱਦੀਆਂ ਲਾ ਕੇ ਲੋਕਾਂ ਤੋਂ ਮੱਥੇ ਨਹੀਂ ਟਿਕਵਾਏ, ਸਗੋਂ ਤੇ ਇਹਨਾਂ ਗੁਰਮੁਖਾਂ ਦੀ ਸੰਗਤ ਦੇ ਚਰਨਾਂ ਦੀ ਖਾਕ ਬਣ ਗਿਆ। ਪਤਾ ਹੀ ਨਹੀਂ ਲੱਗਦਾ ਸੰਤ ਸੇਵਾ ਕਰਦਿਆਂ ਹੋਇਆਂ ਕਿਸ ਪਹਿਰਾਵੇ ਵਿੱਚ, ਕਿਸ ਰੂਪ ਵਿੱਚ ਸੰਗਤ ਵਿੱਚ ਹੀ ਵਿਚਰ ਰਿਹਾ, ਰੱਬੀ ਪਿਆਰ ਵਿੱਚ ਜੁੜਿਆ ਹੋਇਆ। ਸਭ ਕਹਿੰਦੇ ਖਟ ਲੱਖਣ ਪੂਰਨੰ ਪੁਰਖ ਹੈ। ਇਹ ਖਟ ਲੱਖਣ ਨੇ, 6 ਲੱਖਣ ਨੇ, ਨਾਨਕ ਨਾਮ ਸਾਧ ਸਵਜਨ, ਇਹ ਅਸਲ ਸਾਧੂ ਦਾ ਨਾਮ ਹੈ, ਸਾਧੂ ਦੇ ਗੁਣ ਨੇ, ਜਿਹਨੇ ਆਪਣੀ ਜ਼ਿੰਦਗੀ ਵਿੱਚ 6 ਗੁਣ ਕਮਾ ਲਏ ਨੇ, ਇਸ ਚੰਗਿਆਈ ਨੂੰ ਕਮਾ ਲਿਆ। ਤੇ ਅੱਜ ਦੇ ਸ਼ਬਦ ਵਿੱਚ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਗੁਣ ਜੀਵਨ ਵਿੱਚ ਹਨ ਤਾਂ ਉਹਦਾ ਜੀਵਨ ਬੜਾ ਮੁਬਾਰਕ ਹੈ, ਬਹੁਤ ਪਵਿੱਤਰ ਜੀਵਨ ਹੈ। ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਹੈ, ਧਨਤਾ ਯੋਗ ਹੈ। ਧਨ ਸ਼ਬਦ ਸਤਿਗੁਰੂ ਬਾਣੀ ਵਿੱਚ ਬਸ ਖਾਸ ਰੁਤਬੇ ਵਾਸਤੇ ਵਰਤਦੇ ਨੇ। ਉਹਦਾ ਜੀਵਨ ਧਨਤਾ ਯੋਗ ਹੈ ਜਿਹਨੇ ਇਹ ਜੀਵਨ ਵਿੱਚ ਕਮਾ ਲਿਆ। ਤੇ ਜੇ ਨਹੀਂ ਕਮਾਏ ਤੇ ਉਹਦਾ ਦੂਜਾ ਰੂਪ ਪਾਤਸ਼ਾਹ ਨੇ ਅਗਲੇ ਸ਼ਲੋਕ ਵਿੱਚ ਬਿਆਨ ਕੀਤਾ, ਕਹਿੰਦੇ 8 ਪਹਿਰ ਭੌਂਦਾ ਫਿਰੈ। 4 ਪਹਿਰ ਦਿਨ ਦੇ ਨੇ, 4 ਪਹਿਰ ਰਾਤ ਦੇ, 8 ਪਹਿਰ ਭਾਵ ਹਰ ਵੇਲੇ ਭਟਕਦਾ ਫਿਰਦਾ ਹੈ, ਇੱਧਰ ਉੱਧਰ ਦੀ ਝਾਤ ਹੈ। ਦੁਨੀਆ ਦੇ ਮਾਣ ਤੇ ਵਡਿਆਈ ਦੇ ਲਾਲਚ ਵਿੱਚ ਉਹਦੀ ਜ਼ਿੰਦਗੀ ਇਵੇਂ ਦੀ ਬਣ ਗਈ, ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ ਨਹਿ ਸੁਧ, ਰਾਮ ਭਜਨ ਕੀ। ਇੱਕ ਕੁੱਤੇ ਦੀ ਨਿਆਈ, ਹਲਕੇ ਹੋਏ ਕੁੱਤੇ ਦੀ ਤਰ੍ਹਾਂ, ਹਰ ਇੱਕ ਦੇ ਬੋਝੇ ਵੱਲ ਆਸ ਰੱਖਣੀ ਤੇ ਹਰ ਇੱਕ ਥਾਂ ਤੇ ਭਟਕਣਾ। ਮਹਾਰਾਜ ਜੀ ਕਹਿੰਦੇ ਐਸਾ ਜੀਵਨ ਹੈ। ਫਿਰ ਜੇ ਅਸਲ ਵਿੱਚ ਪਰਮੇਸ਼ਵਰ ਦਾ ਨਾਮ ਮੰਤਰ ਮਨ ਵਿੱਚ ਨਹੀਂ ਹੋਇਆ ਤਾਂ 8 ਪਹਿਰ ਪਾਉਂਦਾ ਫਿਰੈ, ਖਾਵਣ ਸਦੜੈ ਸੂਲ। ਖਾਣ ਵਾਸਤੇ ਅੰਦਰ ਜਿਹੜੀ ਸੂਲ ਉੱਠਦੀ ਹੈ, ਭੁੱਖ ਪੈਦਾ ਹੁੰਦੀ ਹੈ, ਤੜਫ ਪੈਦਾ ਹੁੰਦੀ ਹੈ, ਬਹੁਤੇ ਲਾਲਸਾ ਪੈਦਾ ਹੁੰਦੀ ਹੈ। ਮਹਾਰਾਜ ਕਹਿੰਦੇ ਇਵੇਂ ਦਾ ਜੀਵਨ ਦੋਜ਼ਕ ਪਾਉਂਦਾ ਕਿਉਂ ਰਹਿ, ਜਾਂ ਚਿਤ ਨਾ ਹੋਏ ਰਸੂਲ। ਫਿਰ ਉਹ ਦੋਜ਼ਕ ਦੀ ਅੱਗ ਵਿੱਚ ਸੜਨ ਤੋਂ ਕਿਵੇਂ ਬਚ ਸਕਦਾ? ਜਿਨੇ ਰਸੂਲ ਦੇ ਰਾਹੀਂ, ਪੈਗੰਬਰ ਦੇ ਰਾਹੀਂ, ਗੁਰੂ ਦੇ ਦੁਆਰਾ ਸੱਚੇ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਚੇਤੇ ਨਹੀਂ ਕੀਤਾ, ਰੱਬੀ ਇਬਾਦਤ ਨੂੰ ਹਿਰਦੇ ਵਿੱਚ ਨਹੀਂ ਵਸਾਇਆ। ਉਹਦੇ ਮਨ ਅੰਦਰ ਲਾਲਸਾ ਹੈ, ਟੇਕ ਹੈ ਸਿਰਫ ਸੰਸਾਰ ਦੀ, ਲੇਕਿਨ ਅਸਲ ਸੰਤ ਦੇ ਅੰਦਰ ਟੇਕ ਹੈ ਕਿਸੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀ ਜਾ ਰੋਏ, ਜਾਂ ਲੱਗ ਚਿਤ ਨਾ ਆਵੇ। ਇੱਕ ਜੀਵਨ ਜਿਹੜਾ ਭਟਕ ਰਿਹਾ, ਬਾਹਰੋਂ ਪਹਿਰਾਵਾ ਪਾ ਕੇ ਲੋਕਾਂ ਵੱਲ ਵੇਖ ਰਿਹਾ ਵੀ ਕੋਈ ਚੰਗਾ ਬੰਦਾ ਆਏ ਤੇ ਮੈਨੂੰ ਪਕੜਾਂ, ਲੇਕਿਨ ਸੰਤ ਆਪਣੀ ਬੇਫਿਕਰੀ ਵਿੱਚ ਬੈਠਾ ਹੋਇਆ, ਆਨੰਦ ਵਿੱਚ ਹੈ, ਰੱਬੀ ਪਿਆਰ ਵਿੱਚ। ਉਹ ਸਾਰਿਆਂ ਨੂੰ ਬਰਾਬਰ ਦੇਖਦਾ ਹੈ, ਪਰ ਉਹਦਾ ਭਰੋਸਾ ਜਿਹੜਾ ਹੈ ਨਾ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕੈ ਦਿਆ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੇ। ਉਹਨੂੰ ਕਿਸੇ ਰਾਜਨੀਤਿਕ ਬੰਦੇ ਦਾ ਵੀ ਦਬਾਅ ਨਹੀਂ ਵੀ ਫਲਾਣੇ ਨੇ ਕੀ ਕਹਿਣਾ। ਉਹਨੂੰ ਤੇ
ਦਿਸਦਾ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜੇ। ਪੌੜੀ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਇਹ ਪ੍ਰੇਰਣਾ ਸਾਨੂੰ ਸਭਨਾਂ ਨੂੰ ਕਰਦੇ ਨੇ। ਕਹਿੰਦੇ ਤਿਸੈ ਸਰੇਵੋ ਪ੍ਰਾਣੀਓ ਜਿਸ ਦੇ ਨਾਉ ਪੱਲੇ। ਐਸੇ ਸੰਤ ਐਸੇ ਗੁਰੂ ਨੂੰ ਹੇ ਪ੍ਰਾਣੀਓ ਸਦਾ ਚੇਤੇ ਕਰੋ ਜਿਹਦੇ ਪੱਲੇ ਨਾਮ ਹੈ, ਕਿਉਂਕਿ ਕੁਦਰਤ ਦਾ ਨਿਯਮ ਹੈ ਜੋ ਜਿਹਦੇ ਪੱਲੇ ਹੋਏਗਾ ਨਾ ਉਹ ਦੂਜੇ ਨੂੰ ਉਹੀ ਦਾਤ ਦੇ ਸਕਦਾ, ਉਹੀ ਦਾਤ ਦੇ ਸਕਦਾ ਜਿਹੜਾ ਆਪ ਖਾਲੀ ਬੈਠਾ ਹੋਵੇ। ਜਿਵੇਂ ਸਾਹਿਬ ਨੇ ਬਾਣੀ ਵਿੱਚ ਕਿਹਾ, ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਅਸੀਂ ਆਪਣਾ ਦੁੱਖ ਲੈ ਕੇ ਜਾਂਦੇ ਹਾਂ, ਜਿਹਦੇ ਕੋਲ ਫਰਿਆਦ ਕਰਦੇ ਹਾਂ ਉਹਦੇ ਦੁੱਖਾਂ ਦੀ ਲਿਸਟ ਸਾਡੇ ਨਾਲੋਂ ਵੀ ਕਿਤੇ ਲੰਮੀ ਹੈ। ਇਸ ਲਈ ਉਸ ਗੁਰੂ ਨੂੰ ਸੇਵੀਏ, ਉਸ ਗੁਰੂ ਨੂੰ ਧਿਆਈਏ ਜਿਹੜਾ ਪਹਿਲਾਂ ਹੀ ਦਾਤਾ ਹੈ। ਇਹ ਕਿਹਾ ਨਾ ਸਾਹਿਬ ਨੇ ਬਾਣੀ ਵਿੱਚ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਜਿਹੜਾ ਗੁਰੂ ਪੀਰ ਸਦਵਾਰੇ ਹੈ ਪਰ ਮੰਗਤਾ ਬਣ ਕੇ ਬੈਠਾ ਹੈ, ਲੋਕਾਂ ਦੇ ਦਰਵਾਜ਼ੇ ਖੜਕਾਉਂਦਾ ਹੈ, ਮਹਾਰਾਜ ਕਹਿੰਦੇ ਮੂਲ ਉੱਕਾ ਹੀ ਉਹਦੇ ਚਰਨ ਨਹੀਂ ਪਕੜਨੇ। ਸਗੋਂ ਗੁਰੂ ਦੀ ਵਿਆਖਿਆ ਹੈ ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰੂ ਦਾਤਾ ਹੈ, ਗੁਰੂ ਵੰਡਣ ਵਾਲਾ, ਗੁਰੂ ਮੰਗਤਾ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਤਿਸੈ ਸਰੇਵੋ ਪ੍ਰਾਣੀਓ ਜਿਸ ਦਾ ਨਾਉ ਪੱਲੇ, ਜਿਹਦੇ ਪੱਲੇ ਨਾਮ ਹੈ। ਗੁਰੂ ਦੀ ਵਿਆਖਿਆ ਹੀ ਇਹ ਹੈ ਜਿਹੜੀ ਆਪਾਂ ਪਿੱਛੇ ਸਾਂਝੀ ਕੀਤੀ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਉਹ ਜਿਹਨੇ ਜਾਣ ਲਿਆ, ਜਿਹਦੇ ਪੱਲੇ ਨਾਮ ਹੈ, ਉਹ ਫਿਰ ਅੱਗੇ ਵੰਡਦਾ ਵੀ ਹੈ। ਤਿਸ ਕਾ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ। ਐਸੇ ਗੁਰੂ ਦੇ ਲੜ ਲੱਗ ਕੇ ਇੱਥੇ ਰਹੋ ਸੁਹੇਲਿਆ, ਅੱਗੇ ਨਾਲ ਚੱਲੇ। ਇਸ ਜੀਵਨ ਵੀ ਗੁਰੂ ਦੇ ਲੜ ਲੱਗ ਕੇ ਸੌਖਾ ਹੋ ਜਾਂਦਾ ਹੈ ਤੇ ਪਰਲੋਕ ਵੀ, ਅਗਲਾ ਜੀਵਨ ਵੀ ਜਿਹੜਾ ਨਾ ਉਹ ਵੀ ਸਵਰ ਜਾਂਦਾ ਹੈ, ਉਹ ਵੀ ਸੁਹੇਲਾ ਹੋ ਜਾਂਦਾ ਹੈ, ਕਿਉਂਕਿ ਇਹ ਪੂੰਜੀ ਉੱਥੇ ਵੀ ਨਾਲ ਚੱਲਦੀ ਹੈ। ਇਹਾਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕਹਿ ਪਾਈਏ। ਐਸੇ ਗੁਰਮੁਖ, ਐਸੇ ਸੰਤ, ਐਸੇ ਸਮਰਥ ਗੁਰੂ ਦੀ ਗੋਦ ਵਿੱਚ ਬੈਠ ਕੇ ਲੋਕ ਵੀ ਸੁਖੀ ਹੈ ਔਰ ਪਰਲੋਕ ਵੀ ਸੁਹੇਲਾ। ਘਰ ਬੰਦੋ ਸਚ ਧਰਮ ਕਾ ਗੜ ਥਮ ਅਹਲ ਹੈ। ਨਾਮ ਦਾ ਉਹ ਥਮ ਗੱਡ ਕੇ ਜਿਹੜਾ ਹਿਲਣ ਵਾਲਾ ਨਹੀਂ ਹੈ, ਜਿਹਨੇ ਸਦੀਵ ਕਾਲ ਟਿਕ ਜਾਣਾ, ਉਹ ਘਰ ਬੰਦ ਲਵੋ। ਘਰ ਦਾ ਅਰਥ ਹੈ ਆਤਮਕ ਉੱਚੀ ਅਵਸਥਾ, ਉਹ ਪ੍ਰਾਪਤ ਕਰ ਲੈਣੀ, ਜਿਹਦੇ ਬਾਬਤ ਮਹਾਰਾਜ ਕਹਿੰਦੇ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਕੋਈ ਹਿਲ ਜੁਲ ਨਹੀਂ ਹੈ। ਉਸ ਅਵਸਥਾ ਵਿੱਚ ਜਾ ਕੇ ਕੋਈ ਵਿਕਾਰ, ਕੋਈ ਬੁਰਾਈ, ਕੋਈ ਵਾਧਾ ਘਾਟਾ ਤੁਹਾਡੀ ਜ਼ਿੰਦਗੀ ਅੰਦਰ ਹਿਲਾ ਪੈਦਾ ਨਹੀਂ ਕਰ ਸਕਦਾ, ਥਣਕਾ ਨਹੀਂ ਸਕਦਾ ਤੁਹਾਨੂੰ। ਗੁਰੂ ਨੇ ਉਹ ਅਵਸਥਾ ਦੇ ਦਿੱਤੀ ਕਿ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਮਹਾਰਾਜ ਕਹਿੰਦੇ ਐਸਾ ਘਰ ਪ੍ਰਾਪਤ ਹੋ ਗਿਆ, ਓਟ ਲਹੋ ਨਾਰਾਇਣ ਦੀਨ ਦੁਨੀਆ ਝੱਲੇ। ਉਸ ਪਰਮਾਤਮਾ ਦੇ ਚਰਨਾਂ ਦੀ ਓਟ ਲਈਏ ਜਿਹਨੇ ਸਾਰੇ ਸੰਸਾਰ ਨੂੰ ਆਪਣਾ ਆਸਰਾ ਦਿੱਤਾ ਹੋਇਆ, ਜਿਹੜਾ ਵਾਹਿਗੁਰੂ ਸਾਰਿਆਂ ਦੇ ਦੁੱਖਾਂ ਨੂੰ, ਰੋਗਾਂ ਨੂੰ, ਤਕਲੀਫਾਂ ਨੂੰ ਝੱਲਣ ਵਾਲਾ ਹੈ, ਜਿਹਦੇ ਕੋਲੇ ਸਮਰਥਾ ਹੈ, ਜਿਹਦੇ ਆਸਰੇ ਉੱਤੇ ਸਾਰਾ ਬ੍ਰਹਿਮੰਡ ਟਿਕਿਆ ਹੋਇਆ। ਤੇ ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨਾਨਕ ਪਕੜੇ ਚਰਨ ਹਰ ਤਿਸ ਦਰਗਾਹ ਮੱਲੇ। ਵਾਹਿਗੁਰੂ ਪਰਮੇਸ਼ਵਰ ਦੇ ਚਰਨ ਜਿਨ੍ਹਾਂ ਗੁਰਮੁਖਾਂ ਰੱਬੀ ਪਿਆਰਿਆਂ ਨੇ ਪਕੜ ਲਏ, ਉਹਨੇ ਰੱਬ ਦੀ ਦਰਗਾਹ ਵਿੱਚ ਆਪਣਾ ਟਿਕਾਣਾ ਪੱਕਾ ਕਰ ਲਿਆ, ਮਜ਼ਬੂਤ ਹੋ ਗਏ, ਉਹ ਪਰਵਾਨੇ ਗਏ। ਉਹਨਾਂ ਦਾ ਜੀਵਨ ਇੱਥੇ ਵੀ ਸੁਖੀ ਹੈ, ਉਹਨਾਂ ਦਾ ਜੀਵਨ ਪਰਲੋਕ ਵਿੱਚ ਵੀ ਸੁਹੇਲਾ ਹੈ। ਉਹਨਾਂ ਨੇ ਇੱਥੇ ਵੀ ਆਨੰਦ ਮਾਣਿਆ। ਉਹਨਾਂ ਦੀ ਜ਼ਿੰਦਗੀ ਹੈ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਹਰ ਇੱਕ ਜਗ੍ਹਾ ਰੱਬੀ ਪਿਆਰ ਵਿੱਚ ਜੀ ਕੇ ਜ਼ਿੰਦਗੀ ਬਸਰ ਕਰਨ ਵਾਲੇ ਗੁਰਮੁਖ ਜਨ ਨੇ। ਐਸੇ ਖਿਆਲ ਸਤਿਗੁਰੂ ਜੀ ਨੇ ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਨੇ ਕਿ ਸੱਚ ਨੂੰ ਪਿਆਰ ਕਰਨ ਵਾਲੇ ਸੰਤ ਨੇ, ਉਹਨਾਂ ਨੂੰ ਸਤਿਕਾਰ ਹੈ ਸਤਿਗੁਰੂ ਦੇ ਘਰ ਵਿੱਚ। ਲੇਕਿਨ ਪਖੰਡ ਅਤੇ ਦਿਖਾਵਾ ਕਰਨ ਵਾਲਿਆਂ ਦੇ ਪਾਜ ਨੂੰ ਵੀ ਗੁਰਬਾਣੀ ਨੇ ਬੜੇ ਖੁੱਲੇ ਸ਼ਬਦਾਂ ਵਿੱਚ ਉਗੇੜ ਕੇ ਇੱਕ ਤਾਂ ਮਾਨਵਤਾ ਨੂੰ ਸੁਚੇਤ ਕੀਤਾ ਔਰ ਇੱਕ ਐਸੇ ਕਪਟੀ ਬੰਦੇ ਨੂੰ ਆਪ ਸੁਚੇਤ ਕੀਤਾ, ਭਲਿਆ ਇਹ ਕਪਟ ਤੇਰੇ ਜੀਵਨ ਦੇ ਆਪ ਠੱਗੇ ਜਾਣ ਦਾ ਕਾਰਨ ਬਣਦਾ। ਕਿੰਨਾ ਚੰਗਾ ਹੋਵੇ ਇਸ ਕਪਟ ਨੂੰ ਤਿਆਗ ਕੇ ਤੂੰ ਸੱਚ ਦੇ ਮਾਰਗ ਦਾ ਪਾਂਦੀ ਬਣ ਸਕੇ। ਸਤਿਗੁਰੂ ਮੇਰਾ ਮਤ ਕਰਨ। ਗੁਰੂ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਆਧਾਰ ਬਣੇ, ਤਾਂ ਜੋ ਗਾਵਿਆ ਸੁਣਿਆ ਹੋਇਆ ਸਭਨਾਂ ਦਾ ਸਫਲ ਹੋ ਸਕੇ। ਬੇਅੰਤ ਭੁੱਲਾਂ ਦਾਸ ਦੀਆਂ ਜਾਨ ਬਖਸ਼ ਲੈਣੀਆਂ ਜੀ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਆਪ ਸਾਰੀਆਂ ਸੰਗਤਾਂ ਦਾ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।